दिल्ली की एक अध्यापिका ने सोशल मीडिया अकाउंट ते आके कुछ ਇਹੋ ਜਿਹੀਆਂ ਗੱਲਾਂ ਲਿਖਤੀਆਂ ਜਿਹੜੀਆਂ ਫਿਰ ਤੋਂ ਇੱਕ ਕਮਿਊਨਿਟੀ ਸਿੱਖ ਕਮਿਊਨਿਟੀ ਦੇ ਵੱਲ ਗਲਤ ਤਰੀਕੇ ਦੇ ਨਾਲ ਬਿਆਨਬਾਜ਼ੀ ਹੈ। मैं समझदा कि एक टीचर हो के मतलब उस नूं तां इतिहास तो जाणू होना चाहिए सी। पहला तो जी उसकी लियाकत के उपर एक क्वेश्चन उठता है। मेरा ख्याल है जी पहली गल तो वो किसी लेडी के पढ़ने वाली नहीं जो उन्हें गल्लां लिखियां मैं दोहरा भी नहीं सकता इत्थे तुहाडे सामने कि मैं नहीं चाहता कि वही जी जो डेरोगेटरी लैंगुएज उन्हें वरती है तो वो किसी लेडी के सुनने वाली भी है नहीं। कि टीचर ਜਿਹੜੇ ਕਿ ਇੱਕ ਜਿਹਨੂੰ ਪੜ੍ਹਾਇਆ ਇਹੀ ਜਾਂਦਾ ਹੈ ਕਿ ਕਲਾਸ ਦੇ ਵਿੱਚ ਚਾਹੇ ਉਹ ਕਿਸੇ ਵੀ ਧਰਮ ਜਾਤ ਪਾਤ ਦਾ ਬੱਚਾ ਹੋਵੇ ਉਹਨੇ ਇੱਕ ਨਿਰਪੱਖ ਹੋ ਕੇ ਇੱਕ ਨਜ਼ਰ ਦੇ ਨਾਲ ਵੇਖਣਾ ਹੈ ਤੇ ਆਪਣੀ ਐਜੂਕੇਸ਼ਨ ਡਿਪਾਰਟ ਕਰਨੀ ਹੈ। ਉਹ ਉਸ ਲੈਵਲ ਦੀ ਇੱਕ ਟੀਚਰ ਉਹ ਕੀ ਕਿੰਨੀ ਕਿ ਐਨਲਾਈਟਨਡ ਤੁਹਾਡੇ ਹਿਸਾਬ ਨਾਲ? ਤਾਂ ਮੈਂ ਇਹ ਸੋਚਦਾ ਕਿ ਸ਼ਾਇਦ ਉਹਦੀ ਉਸ ਦੀ ਜਿਹੜੀ ਪਰਵਰਿਸ਼ ਹੈ ਉਸ ਦੀ ਜਿਹੜੀ ਸਿੱਖਿਆ ਹੈ ਘਰੋਂ ਜਿਹੜੀ ਸਿੱਖਿਆ ਉਹਨੇ ਗ੍ਰਹਿਣ ਕੀਤੀ ਹੈ ਉਸੇ 'ਚ ਹੀ ਕੋਈ ਡਿਫਾਲਟ ਹੈ। ਤੇ ਮੈਨੂੰ ਇਸ ਲੇਡੀ ਦਾ ਪਹਿਲਾਂ ਤਾਂ ਇਹੀ ਹੈ ਕਿ ਇਹਦੀ ਸ਼ਾਇਦ ਜਿਹੜੀ ਇਸ ਨੂੰ ਸ਼ੁਰੂ ਤੋਂ ਗੁੜਤੀ ਮਿਲੀ ਹੈ ਪਰਵਰਿਸ਼ ਹੋਈ ਹੈ ਜਾਂ ਇਸ ਨੂੰ ਇਹਨੇ ਗਿਆਨ ਹਾਸਲ ਕੀਤਾ ਟੀਚਰ ਬਣਨ ਤੱਕ ਮੈਨੂੰ ਤਾਂ ਪਹਿਲਾਂ ਤਾਂ ਉਸੇ 'ਤੇ ਡਾਊਟ ਹੈ। ਤੇ ਮੈਂ ਇਹ ਸੋਚ ਰਿਹਾ ਅੱਧੀ ਉਮਰ ਤੱਕ ਆ ਕੇ ਵੀ ਜੇ ਉਸ ਨੂੰ ਹਾਲੇ ਤੱਕ ਮਤਲਬ ਕਿਸੇ ਧਰਮ ਬਾਰੇ ਉਸ ਨੂੰ ਨਹੀਂ ਪਤਾ ਔਰ ਇੰਨਾ ਚਿਰ ਉਹਦਾ ਘੱਟੋ ਘੱਟ ਟੀਚਿੰਗ ਦਾ ਵੀ 5-7 ਸਾਲ ਦਾ 10 ਸਾਲ ਦਾ ਤਜਰਬਾ ਹੋਊਗਾ ਤਾਂ ਮੈਨੂੰ ਤਾਂ ਉਸ ਦੀ ਇਸ ਸਾਈਕੀ 'ਤੇ ਉਹ ਲੱਗਦਾ ਕਿ ਸਰਕਾਰ ਨੂੰ ਪਹਿਲਾਂ ਤਾਂ ਉਸ ਦਾ ਉਹ ਜਿਹਾ ਟੈਸਟ ਕਰਾਉਣਾ ਚਾਹੀਦਾ ਮੈਂਟਲ ਟੈਸਟ ਕਿ ਇਹ ਪੜ੍ਹਾਉਣ ਦੇ ਕਾਬਲ ਹੈ। ਇੱਕ ਪਾਸੇ ਤਾਂ ਕਰੋਨਾ ਦੇ ਸਮੇਂ ਦੌਰਾਨ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਜਿਹੜੀ ਸੇਵਾ ਕੀਤੀ ਗਈ ਆ ਅਮਰੀਕਾ ਦਾ ਰਾਸ਼ਟਰਪਤੀ ਨਿਊਜ਼ੀਲੈਂਡ ਦਾ ਆਸਟ੍ਰੇਲੀਆ ਦਾ ਯੂਕੇ ਦਾ ਜਿਨ੍ਹਾਂ ਨੇ ਉੱਥੋਂ ਦੇ ਗੁਰਦੁਆਰਾ ਸਾਹਿਬਾਨ ਨੂੰ ਕਿਹਾ ਕਿ ਤੁਸੀਂ ਲੰਗਰ ਛਕਾਓ ਲੋਕਾਂ ਲਈ ਸੇਵਾ ਕਰੋ। ਈਵਨ ਕਿ ਜੀ ਜਿੱਥੇ ਉਹ ਦਿੱਲੀ 'ਚ ਰਹਿੰਦੀ ਆ ਉਸ ਦਿੱਲੀ ਦੀ ਸਰਕਾਰ ਨੇ ਦਿੱਲੀ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਤੁਸੀਂ ਲੰਗਰ ਲਗਾਓ। ਸੋਸ਼ਲ ਮੀਡੀਆ ਕਿਉਂ ਐਸਾ ਇੱਕ ਪਲੇਟਫਾਰਮ ਬਣ ਗਿਆ ਜਿਹਨੂੰ ਕਿ ਸੁਚੱਜੇ ਢੰਗ ਨਾਲ ਨਹੀਂ ਕੀਤਾ ਜਾਂਦਾ? ਖਾਸ ਕਰਕੇ ਸਾਡੇ ਇੱਥੇ ਜਿਹੜੀ ਹੈ ਵੱਡੀ ਪ੍ਰੋਬਲਮ ਮੈਂ ਦੇਖ ਰਹੀ ਹਾਂ ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ ਹੋਈ ਹੈ। ਸਾਡੇ ਲੋਕਾਂ ਦੀ ਮੈਂ ਫਿਰ ਉੱਥੇ ਆਉਣਾ ਕਿ ਉਹ ਜਿਹੜੀ ਮੈਂਟਲਿਟੀ ਹੈ ਉਹ ਸਾਡੀ ਮਤਲਬ ਅਸੀਂ ਉਹਨਾਂ ਲੋਕਾਂ ਮੁਤਾਬਕ ਤਾਂ ਯੂਜ਼ ਕਰ ਰਹੇ ਹਾਂ ਸੋਸ਼ਲ ਮੀਡੀਆ ਨੂੰ ਪਰ ਸਾਡੀ ਮੈਂਟਲਿਟੀ ਹੋਰ ਤਰ੍ਹਾਂ ਸੋਸ਼ਲ ਮੀਡੀਆ ਦੀ ਮਿਸਯੂਜ਼ ਦੇ ਖਿਲਾਫ ਅਗਰ ਕਾਨੂੰਨ ਸਹੀ ਬਣ ਜੇ ਔਰ ਚੰਗੀਆਂ ਫਾਈਨ ਹੋ ਜਾਣ ਔਰ ਜਿਹੜੀ ਹੈਗੀ ਆ ਪਨਿਸ਼ਮੈਂਟ ਆ ਉਹ ਜ਼ਿਆਦਾ ਹੋ ਜੇ ਫਿਰ ਲੋਕ ਥੋੜ੍ਹੇ ਜਿਹੇ ਰੁਕਣਗੇ ਵੀ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਬਿੰਦੂ ਸਿੰਘ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਅ ਡਾਇਲੋਗ। ਇਸ ਦੇ ਵਿੱਚ ਹਰ ਵਾਰ ਅਸੀਂ ਕਿਸੇ ਨਵੇਂ ਮਹਿਮਾਨ ਨੂੰ ਤੁਹਾਡੇ ਕੋਲ ਲੈ ਕੇ ਆਉਂਦੇ ਹਾਂ ਅਤੇ ਅੱਜ ਜਿਹੜੇ ਨਵੇਂ ਮਹਿਮਾਨ ਸਾਡੇ ਨਾਲ ਇੱਥੇ ਸੁਸ਼ੋਭਿਤ ਨੇ ਉਹ ਨੇ ਹਰਜੀਤ ਸਿੰਘ ਗਰੇਵਾਲ। ਗਰੇਵਾਲ ਸਾਹਿਬ ਜਿਹੜੇ ਨੇ ਉਹ ਚੇਅਰਮੈਨ ਨੇ ਪੰਜਾਬੀ ਕਲਚਰ ਕਾਉਂਸਲ ਦੇ। ਅੱਜ ਅਸੀਂ ਉਹਨਾਂ ਕੋਲ ਕਿਉਂ ਆਏ ਹਾਂ ਉਹਦਾ ਮਕਸਦ ਦੱਸਦੀ ਹਾਂ ਮੈਂ ਤੁਹਾਨੂੰ। ਸੋਸ਼ਲ ਮੀਡੀਆ ਵੈਸੇ ਤਾਂ ਬਹੁਤ ਵਧੀਆ ਚੀਜ਼ ਹੈ, ਬਹੁਤ ਹੀ ਅੱਜ ਕੱਲ੍ਹ ਪੋਪੂਲਰ ਵੀ ਹੈ। ਹਰ ਕੋਈ ਜੋ ਵੀ ਕੋਈ ਆਪਣੀ ਗੱਲ ਕਹਿਣਾ ਚਾਹੁੰਦਾ ਹੈ 1 ਮਿੰਟ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਸਭ ਨੂੰ ਯੂਜ਼ ਕਰਦਾ ਹੈ ਔਰ ਉੱਥੇ ਆ ਕੇ ਆਪਣੀ ਗੱਲ ਖੁੱਲ੍ਹ ਕੇ ਕਹਿ ਸਕਦਾ ਹੈ। ਅਖਬਾਰਾਂ ਜਿਹੜੀਆਂ ਨੇ ਜਾਂ ਟੀਵੀ ਜਿਹੜੇ ਨੇ ਉਹ ਮੇਨ ਸਟ੍ਰੀਮ ਮੀਡੀਆ ਨੇ, ਸੋਸ਼ਲ ਮੀਡੀਆ ਓਪਨ ਮੀਡੀਆ ਹੈ। ਜ਼ਰੂਰ ਹੈ ਕਿ ਅੱਜ ਕੱਲ੍ਹ ਅਖਬਾਰਾਂ ਜਾਂ ਟੀਵੀ ਉਹਨਾਂ ਨੇ ਵੀ ਆਪਣੇ ਆਪ ਨੂੰ ਸ਼ਿਫਟ ਕਰਨਾ ਸ਼ੁਰੂ ਕਰਤਾ ਸੋਸ਼ਲ ਮੀਡੀਆ 'ਤੇ ਪਰ ਉਸ ਦੇ ਬਾਵਜੂਦ ਕੁਝ ਰਿਸਪੌਂਸੀਬਲ ਹੋਰ ਵੀ ਜਿਹੜੀਆਂ ਨੇ ਅਦਾਰੇ ਨੇ ਜਾਂ ਰਿਸਪੌਂਸੀਬਲ ਲੋਕ ਨੇ ਉਹ ਸੋਸ਼ਲ ਮੀਡੀਆ ਦਾ ਯੂਜ਼ ਕਰਦੇ ਆਪਣੀ ਗੱਲ ਕਹਿਣ ਨੂੰ। ਪਰ ਕੁਝ ਐਸੇ ਅਨਸਰ ਵੀ ਨੇ ਜੋ ਕਿ ਸੋਸ਼ਲ ਮੀਡੀਆ ਦਾ ਮਿਸਯੂਜ਼ ਕਰ ਰਹੇ ਹੈ। ਉਹ ਬਾਰ-ਬਾਰ ਸੋਸ਼ਲ ਮੀਡੀਆ 'ਤੇ ਆਉਂਦੇ ਹੈ, ਭੜਕਾਊ ਬਿਆਨ ਦਿੰਦੇ ਹੈ, ਅਜੀਬੋ-ਗਰੀਬ ਗੱਲਾਂ ਹੁੰਦੀਆਂ ਜਿਸ ਦੇ ਨਾਲ ਕਿ ਜਿਹੜਾ ਇੱਕ ਭਾਈਚਾਰਾ ਹੈ, ਸਮਾਜਿਕ ਬਣਤਰ ਜਿਹੜੀ ਹੈ ਉਹਦੇ ਵਿੱਚ ਹਰ ਵਾਰ ਕੋਈ ਨਾ ਕੋਈ ਤੜਥਲੀ ਜ਼ਰੂਰ ਮਚਦੀ ਹੈ। ਐਸੇ ਸੀਰੀਜ਼ ਦੇ ਵਿੱਚ ਪਿਛਲੇ ਦਿਨੀ ਇੱਕ ਵਾਕਿਆ ਹੋਇਆ ਜਿਸ ਦੇ ਵਿੱਚ ਇੱਕ ਸ਼ਿਵ ਸੈਨਾ ਦਾ ਆਗੂ ਸੀਗਾ, ਉਸਨੇ ਬਹੁਤ ਹੀ ਭੜਕੀਲੀਆਂ ਗੱਲਾਂ ਕੀਤੀਆਂ ਇੱਕ ਪਰਟੀਕੂਲਰ ਕਮਿਊਨਿਟੀ ਲਈ, ਕੌਮ ਲਈ, ਸਿੱਖ ਕਮਿਊਨਿਟੀ ਲਈ। ਐਸੀਆਂ ਗੱਲਾਂ ਕਹੀਆਂ ਜਿਹੜੀਆਂ ਮੈਂ ਦੁਬਾਰਾ ਦੁਹਰਾਉਣਾ ਨਹੀਂ ਚਾਹਾਂਗੀ ਔਰ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ। ਸੋਸ਼ਲ ਮੀਡੀਆ 'ਤੇ ਸੁਣੀਆਂ ਹੋਣਗੀਆਂ, ਖਬਰਾਂ 'ਚ ਪੜ੍ਹੀਆਂ ਹੋਣਗੀਆਂ। ਪਰ ਅੱਜ ਜਿਹਦੇ ਕਾਰਨ ਅਸੀਂ ਗਰੇਵਾਲ ਸਾਹਿਬ ਕੋਲ ਆਏ ਹਾਂ
ਉਹ ਇੱਕ ਬੜਾ ਹੀ ਹੋਰ ਵੀ ਜ਼ਿਆਦਾ ਸੈਂਸਿਟਿਵ ਗੱਲ ਹੈਗੀ ਹੈ ਤੇ ਸੈਂਸਿਟਿਵ ਉਹ ਮਾਮਲਾ ਹੈਗਾ। ਦਿੱਲੀ ਦੀ ਇੱਕ ਅਧਿਆਪਿਕਾ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਆ ਕੇ ਕੁਝ ਇਹੋ ਜਿਹੀਆਂ ਗੱਲਾਂ ਲਿਖਤੀਆਂ ਜਿਹੜੀਆਂ ਫਿਰ ਤੋਂ ਇੱਕ ਕਮਿਊਨਿਟੀ, ਸਿੱਖ ਕਮਿਊਨਿਟੀ ਦੇ ਵੱਲ ਗਲਤ ਤਰੀਕੇ ਦੇ ਨਾਲ ਬਿਆਨਬਾਜ਼ੀ ਹੈ। ਉਸ ਨੂੰ ਇਹਨਾਂ ਨੇ ਕੰਡੈਮ ਕੀਤਾ ਤੇ ਉਸ ਦੇ ਲਈ ਗੁਹਾਰ ਲਾਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿ ਉਹ ਇਸ 'ਤੇ ਕੋਈ ਨਾ ਕੋਈ ਐਕਸ਼ਨ ਕਰਨ। ਗੱਲ ਕਰਦੇ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਗਰੇਵਾਲ ਸਾਹਿਬ, ਜਿਹੜਾ ਇਹ ਮਾਮਲਾ ਹੈ ਜਿਸ 'ਤੇ ਅੱਜ ਆਪਾਂ ਗੱਲ ਕਰਨ ਆਏ ਹਾਂ, ਬਹੁਤ ਸੰਜੀਦਾ ਮਾਮਲਾ ਹੈ ਔਰ ਸੈਂਸਿਟਿਵ ਹੈਗਾ ਬਹੁਤ ਜ਼ਿਆਦਾ, ਖਾਸ ਕਰਕੇ ਕਿਸੇ ਵੀ ਕਮਿਊਨਿਟੀ ਦੇ ਸੈਂਟੀਮੈਂਟਸ ਨੂੰ ਪੂਰੀ ਤਰ੍ਹਾਂ ਹਰਟ ਕਰਦਾ। ਜਦੋਂ ਮੈਂ ਪੜ੍ਹਿਆ, ਤੁਹਾਡੇ ਨਾਲ ਡਿਸਕਸ ਹੋਇਆ, ਤਾਂ ਵਾਕਈ ਹਿਰਦੇ ਵਿਲੁੰਦਰ ਵਾਲੀ ਗੱਲ ਹੈਗੀ ਆਪਣੇ ਆਪ ਦੇ ਵਿੱਚ। ਪੂਰਾ ਮਾਮਲਾ ਕੀ ਹੈ ਤੁਸੀਂ, ਕਿਉਂਕਿ ਬਹੁਤ ਬਰੀਕ ਬੀਨੀ ਨਾਲ ਕੋਲੋਂ ਦੀ ਦੇਖਿਆ। ਅਸਲ ਇਹ ਹੈ ਜੀ ਕਿ ਦਿੱਲੀ ਦੀ ਇੱਕ ਟੀਚਰ ਹੈ, ਉੱਥੇ ਦਿੱਲੀ ਸਰਕਾਰ ਦੇ ਵਿੱਚ ਸਕੂਲ ਸਿੱਖਿਆ ਮਹਿਕਮੇ 'ਚ ਉਹ ਲੈਕਚਰਾਰ ਹੈ। ਉਸ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਸਿੱਖ ਗੁਰੂ ਸਾਹਿਬਾਨਾਂ ਬਾਰੇ, ਸਿੱਖਾਂ ਬਾਰੇ, ਗੁਰਦੁਆਰਾ ਸਾਹਿਬਾਨ ਬਾਰੇ ਮਤਲਬ ਟਿੱਪਣੀਆਂ ਕੀਤੀਆਂ। ਅਤੇ ਉਹ ਜਿਹੜੀਆਂ ਟਿੱਪਣੀਆਂ ਕੀਤੀਆਂ ਉਹ ਮਤਲਬ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਇਤਿਹਾਸ ਨਾਲ ਮਤਲਬ ਕਿਤੇ ਵੀ ਨਹੀਂ ਟਿਕਦੀਆਂ। ਉਹਨਾਂ ਦਾ ਕੋਈ ਬੇਸ ਨਹੀਂ ਹੈਗਾ। ਔਰ ਉਹ ਸਾਰਾ ਕੁਛ ਜੋ ਇਸ ਕੌਮ ਦੇ ਬਾਰੇ ਦੁਨੀਆ ਸੁਣਦੀ ਹੈ, ਦੁਨੀਆ ਜਾਣਦੀ ਹੈ, ਅਤੇ ਉਸ ਨੇ ਉਸ ਤੋਂ ਬਿਲਕੁਲ ਤੱਥਾਂ ਤੋਂ ਉਲਟ, ਇਤਿਹਾਸ ਤੋਂ ਉਲਟ, ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਛੱਡ ਕੇ ਉਹਨੇ ਉਹ ਕੁਛ ਲਿਖਿਆ। ਔਰ ਮੈਂ ਸਮਝਦਾ ਕਿ ਇੱਕ ਟੀਚਰ ਹੋ ਕੇ ਮਤਲਬ ਉਸ ਨੂੰ ਤਾਂ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਸੀ। ਅਤੇ ਜੇ ਇੱਕ ਟੀਚਰ ਤੱਥਾਂ ਨੂੰ ਤੋੜ ਮਰੋੜ ਕੇ, ਗੁਰੂ ਸਾਹਿਬ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਛੱਡ ਕੇ ਦੁਨੀਆ ਜਾਣਦੀ ਹੈ ਸਿੱਖ ਕੌਮ ਬਾਰੇ, ਅਤੇ ਜੇ ਉਹ ਫਿਰ ਇਹੋ ਜਿਹਾ ਕੁਛ ਬਿਆਨ ਕਰ ਰਹੀ ਹੈ, ਪਹਿਲਾਂ ਤਾਂ ਜੀ ਉਸ ਦੀ ਲਿਆਕਤ ਦੇ ਉੱਪਰ ਇੱਕ ਕੁਐਸਚਨ ਉੱਠਦਾ। ਕੱਲ੍ਹ ਜਿੰਨੇ ਵੀ ਉਸ ਦੇ ਮਤਲਬ ਉਹਦੀਆਂ ਪੋਸਟਾਂ ਜਿਹੜੀਆਂ ਪਾਈਆਂ ਸੀਆਂ ਫੇਸਬੁੱਕ ਦੇ ਉੱਪਰ, ਜਿੰਨੇ ਮੇਰਾ ਖਿਆਲ ਹੈ ਵੀ ਘੱਟੋ ਘੱਟ 500-700 ਬੰਦੇ ਨੇ ਰਿਐਕਸ਼ਨ ਉੱਤੇ ਕੀਤਾ, ਉਹਦੇ 'ਚ ਇਕੁਅਲ ਨੰਬਰ ਆਫ ਜਿਹੜੇ ਸੀਗੇ ਪੋਸਟਾਂ ਪਾ ਰਹੇ ਸੀਗੇ ਉਹ ਦੂਸਰੀਆਂ ਕਮਿਊਨਿਟੀ ਤੋਂ ਸੀਗੇ। ਔਰ ਉਹਨਾਂ ਨੇ ਇੰਨਾ ਉਸ ਲੇਡੀ ਨੂੰ ਮਤਲਬ ਉਹਦੀ ਮੁਜ਼ੰਮਤ ਕੀਤੀ, ਉਸ ਦੀ ਨਿੰਦਿਆ ਕੀਤੀ। ਉਹ ਕਹਿੰਦੇ, ਖੁਦ ਉਹ ਕਹਿ ਰਹੇ ਸੀ ਕਿ ਅਸੀਂ ਸਾਰੇ ਜਾਣਦੇ ਹਾਂ, ਅਸੀਂ ਮਾਣ ਮਹਿਸੂਸ ਕਰਦੇ ਹਾਂ ਗੁਰੂ ਤੇਗ ਬਹਾਦਰ ਜੀ ਨੂੰ ਕੋਟ ਕਰਕੇ ਕਿ ਜੇ ਗੁਰੂ ਤੇਗ ਬਹਾਦਰ ਜੀ ਨੇ ਬਲੀਦਾਨ ਦਿੱਤਾ ਤਾਂ ਅਸੀਂ ਅੱਜ ਬੈਠੇ ਹਾਂ। ਉਹਨਾਂ ਨੇ ਇਸੇ ਤੱਕ ਕੋਟ ਕੀਤਾ। ਅਤੇ ਉਹਨਾਂ ਨੇ ਇੱਥੇ ਤੱਕ ਵੀ ਕਿਹਾ ਕਿ ਕੌਣ ਨਹੀਂ ਸਿੱਖਾਂ ਨੂੰ ਜਾਣਦਾ, ਜਿਨ੍ਹਾਂ ਨੇ ਅੱਜ ਤਾਜ਼ਾ ਉਦਾਹਰਣ ਕਰੋਨਾ ਦੇ ਦੌਰਾਨ ਦਿੱਤੀ ਹੈ। ਅਤੇ ਹੋਰ ਉਹਨਾਂ ਨੇ ਬਹੁਤ ਇਹੋ ਜਿਹੀਆਂ ਮਿਸਾਲਾਂ ਦੇ ਕੇ ਮਤਲਬ ਬਹੁਤ ਲੋਕਾਂ ਨੇ ਜੋ ਅਸੀਂ ਮੰਗ ਕਰਦੇ ਹਾਂ, ਅਤੇ ਉਹਨਾਂ ਨੇ ਖੁਦ ਮੰਗ ਕੀਤੀ ਹੋਈ ਸੀ ਦਿੱਲੀ ਸਰਕਾਰ ਤੋਂ ਕਿ ਜੀ ਇਹਨੂੰ ਹਟਾਇਆ ਜਾਵੇ। ਕਿਸੇ ਨੇ ਕਿਹਾ ਸੀ ਕਿ ਟੀਚਰ ਹੀ ਕਿਹੋ ਜਿਹੀ ਹੈ, ਕਿਸੇ ਨੇ ਕੁਛ ਕਿਹਾ ਸੀ, ਮਤਲਬ ਇਸ ਤਰ੍ਹਾਂ ਦੀਆਂ ਉਹਦੇ ਜਿਹੜੀਆਂ ਹੈਗੀਆਂ। ਚਲੋ ਸਾਨੂੰ ਤਾਂ ਕਹਿਣਾ ਹੀ ਹੈਗਾ ਅਸੀਂ ਤਾਂ, ਪਰ ਲੇਕਿਨ ਦੂਸਰੀ ਕਮਿਊਨਿਟੀ ਨੇ ਖੁਦ ਉਸ ਨੂੰ ਮਤਲਬ ਇਸ ਦਾ ਨਿੰਦਾ ਕੀਤੀ ਹੈ ਉਸ ਲੇਡੀ। ਗਰੇਵਾਲ ਸਾਹਿਬ, ਇਸ 'ਚ ਬੜੀ ਇੱਕ ਅਜੀਬ ਜੀ ਗੱਲ ਹੈ ਕਿ ਸੋਸ਼ਲ ਮੀਡੀਆ ਜਿਹੜਾ ਕਿ ਡੈਫੀਨੇਟਲੀ ਅੱਜ ਕੱਲ੍ਹ ਬਹੁਤ ਪੋਪੂਲਰ ਮੀਡੀਅਮ ਹੋ ਗਿਆ ਹੈ, ਪਰ ਲੋਕ ਇਹਦਾ ਇਸਤੇਮਾਲ ਔਰ ਮਿਸਯੂਜ਼ ਇਸ ਤਰੀਕੇ ਦੇ ਨਾਲ ਲਗਾਤਾਰ ਕਰ ਰਹੇ। ਆਪਾਂ ਪਿਛਲੇ ਕਈ ਮਤਲਬ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਕਿ ਅਲੱਗ-ਅਲੱਗ ਤਰ੍ਹਾਂ ਦੇ ਲੋਕ ਆਉਂਦੇ। ਚਲੋ ਕੁਛ ਲੋਕ ਤਾਂ ਹੈ ਨੇ ਕਿ ਜਿਹੜਾ ਕਿ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਕਮਿਊਨਲ ਹੋ ਜਾਂਦੇ ਹੈ, ਕੁਛ ਆਪਣੇ ਕੱਟੜਪੰਥੀ ਹੋ ਸਕਦੇ ਹੈ। ਦੂਸਰੇ ਉਹ ਲੋਕ ਨੇ ਜਿਹੜੇ ਪੋਲੀਟੀਸ਼ੀਅਨਸ ਨੇ, ਜਿਹੜੇ ਇੱਕ ਦੂਜੇ ਉੱਪਰ ਜਿਹੜੇ ਨੇ ਉਹ ਚਿੱਕੜ ਪਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਇੱਕ ਦੂਜੇ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਸੋਸ਼ਲ ਮੀਡੀਆ 'ਤੇ। ਪਰ ਇੱਕ ਟੀਚਰ ਜਿਹੜੇ ਕਿ ਇੱਕ ਜਿਹਨੂੰ ਪੜ੍ਹਾਇਆ ਹੀ ਇਹੀ ਜਾਂਦਾ ਹੈ ਕਿ ਕਲਾਸ ਦੇ ਵਿੱਚ ਚਾਹੇ ਉਹ ਕਿਸੇ ਵੀ ਧਰਮ, ਜਾਤ ਪਾਤ ਦਾ ਬੱਚਾ ਹੋਵੇ, ਉਹਨੇ ਇੱਕ ਨਿਰਪੱਖ ਹੋ ਕੇ ਇੱਕ ਨਜ਼ਰ ਦੇ ਨਾਲ ਵੇਖਣਾ ਅਤੇ ਆਪਣੀ ਐਜੂਕੇਸ਼ਨ ਡਿਪਾਰਟ ਕਰਨੀ ਹੈ। ਉਹ ਉਸ ਲੈਵਲ ਦੀ ਇੱਕ ਟੀਚਰ ਉਹ ਕਿੰਨੀ ਕੁ ਐਨਲਾਈਟਨਡ ਤੁਹਾਡੇ ਹਿਸਾਬ ਨਾਲ, ਜਾਂ ਇੱਦਾਂ ਦੇ ਲੋਕ ਕਿੰਨੇ ਕੁ ਐਨਲਾਈਟਨਡ ਹੋ ਸਕਦੇ ਹੈ, ਜਾਂ ਕੀ ਉਹਦੀ ਐਜੂਕੇਸ਼ਨ 'ਚ ਕੋਈ ਘਾਟ ਹੋ ਸਕਦੀ ਹੈ, ਜਾਂ ਉਹ ਕਿਸੇ ਚੀਜ਼ ਤੋਂ ਮਤਲਬ ਕਿ ਕੋਈ ਨਾ ਕੋਈ ਪਿੱਛੇ ਉਹਦੇ ਪਾਵਰ ਹੈਗੀ ਜਿਹੜੀ ਕਿ ਉਹਨੇ ਇਸ ਤਰੀਕੇ ਦੀ ਗੱਲ ਕੀਤੀ। ਕਿਉਂਕਿ ਆਮ ਤੌਰ 'ਤੇ ਟੀਚਰ ਤੋਂ ਐਕਸਪੈਕਟ ਕੀਤਾ ਹੀ ਨਹੀਂ ਜਾ ਸਕਦਾ, ਉਹ ਵੀ ਇੱਕ ਫੀਮੇਲ ਹੋਵੇ ਜਿਹੜੀ ਰਿਪਿਊਟਡ ਹੋ ਸਕਦੀ ਹੈ, ਅਤੇ ਉਸ ਤੋਂ ਇੱਦਾਂ ਦੀ ਚੀਜ਼ ਤਾਂ ਬਹੁਤ ਹੀ ਮਤਲਬ ਨਿੰਦਣਯੋਗ ਗੱਲ ਹੈਗੀ ਹੈ। ਇੱਥੇ 2-3 ਪੁਆਇੰਟ ਤੁਹਾਡੀ ਗੱਲ 'ਚੋਂ ਨਿਕਲਦੇ ਆ। ਪਹਿਲੀ ਗੱਲ ਤਾਂ ਕੋਈ ਵੀ ਦੁਨੀਆ ਦਾ ਧਰਮ ਹੈ ਕਿਸੇ ਦੂਜੇ ਧਰਮ ਦੀ ਨਿੰਦਾ ਦੀ ਇਜਾਜ਼ਤ ਨਹੀਂ ਦਿੰਦਾ।
ਔਰ ਹਰ ਆਪਣੇ ਗੁਰੂਆਂ ਪੀਰਾਂ ਫਕੀਰਾਂ ਨੇ ਔਰ ਜਿੰਨੇ ਵੀ ਦੇਵੀ ਦੇਵਤੇ ਜਾਂ ਹੋਰ ਆਪਣੇ ਹੋਏ ਆ ਰਹਿਨੁਮਾ ਹੋਏ ਆ, ਤੇ ਉਹਨਾਂ ਨੇ ਕਿਸੇ ਵੀ ਧਰਮ ਦੀ ਨਿੰਦਾ ਕਿਸੇ ਵੀ ਧਰਮ ਦੀ ਕਿਤਾਬ ਦੇ ਵਿੱਚ ਨਹੀਂ ਲਿਖੀ। ਪਹਿਲੀ ਗੱਲ ਤਾਂ ਇਹ ਆ, ਕਿਸੇ ਵੀ ਜਿਹੜੇ ਸਾਡੇ ਗ੍ਰੰਥ ਨੇ ਕਿਸੇ ਦੇ ਵਿੱਚ ਵੀ ਇਹ ਨਿੰਦਾ ਦਾ ਜਿਹੜਾ ਹੈਗਾ ਉਹ ਦੂਸਰੇ ਧਰਮ ਦਾ ਬਿਲਕੁਲ ਵੀ ਵਰਣ ਨਹੀਂ। ਔਰ ਇਹ ਸਗੋਂ ਕਿਹਾ ਗਿਆ ਕਿ ਹਰ ਦੂਸਰੇ ਧਰਮ ਦੀ ਤੁਸੀਂ ਰਿਸਪੈਕਟ ਕਰਨੀ ਆ। ਔਰ ਦੂਸਰੀ ਗੱਲ ਉਹ ਤੇ ਮੈਂ ਬਾਅਦ 'ਚ ਆਉਣਾ ਕਿ ਨਿੰਦਾ ਜਿਹੜੀ ਹੈ ਉਹ ਕਿੰਨੀ ਕੁ ਮਾੜੀ ਹੁੰਦੀ ਹੈ। ਗੁਰੂ ਸਾਹਿਬ ਨੇ ਤਾਂ ਨਿੰਦਾ ਨੂੰ ਬਹੁਤ ਜ਼ਿਆਦਾ ਜਪਜੀ ਸਾਹਿਬ 'ਚ ਪੌੜੀਆਂ ਹੀ ਨਿੰਦਾ 'ਤੇ ਦਿੱਤੀਆਂ ਹੋਈਆਂ। ਇੱਥੇ ਲੇਡੀ 'ਤੇ ਜਦੋਂ ਆਪਾਂ ਸਪੈਸ਼ਲ ਇਸ 'ਤੇ ਆਉਂਦੇ ਹਾਂ ਤਾਂ ਮੈਂ ਇਹ ਸੋਚਦਾ ਕਿ ਸ਼ਾਇਦ ਉਹਦੀ ਉਸ ਦੀ ਜਿਹੜੀ ਪਰਵਰਿਸ਼ ਹੈ, ਉਸ ਦੀ ਜਿਹੜੀ ਸਿੱਖਿਆ ਹੈ ਘਰੋਂ, ਜਿਹੜੀ ਸਿੱਖਿਆ ਉਹਨੇ ਗ੍ਰਹਿਣ ਕੀਤੀ ਹੈ, ਉਸੇ 'ਚ ਹੀ ਕੋਈ ਡਿਫਾਲਟ ਹੈ। ਹਰ ਪੇਰੈਂਟ ਆਪਣੇ ਬੱਚੇ ਨੂੰ ਲਿਆਕਤ, ਆਪਣੇ ਬੱਚੇ ਨੂੰ ਦੂਸਰੇ ਧਰਮ ਦਾ, ਹਰ ਪਰਿਵਾਰ ਦਾ, ਆਂਢੀ ਗੁਆਂਢੀ ਦਾ, ਸਕੂਲਾਂ ਕਾਲਜਾਂ ਦੇ ਵਿੱਚ ਆਪਣੇ ਦੋਸਤਾਂ ਦਾ, ਉਸ ਨੂੰ ਇੱਕ ਮਿੱਤਰ ਬਣਵਾਉਂਦਾ ਹੈ ਕਿ ਤੇਰੇ ਦੋਸਤ ਨੇ, ਹਰ ਧਰਮ ਦਾ ਦੋਸਤ ਹੁੰਦਾ ਹੈ, ਆਪਾਂ ਇਸ ਤਰ੍ਹਾਂ ਹੈ। ਅੱਛਾ, ਜਦੋਂ ਵੀ ਉਹ ਕਿਤੇ ਯਾਤਰਾ 'ਤੇ ਜਾਂਦੇ ਆ, ਉਹਨਾਂ ਨੂੰ ਰਾਹ 'ਚ ਜਿਸ ਧਰਮ ਦਾ ਵੀ ਅਸਥਾਨ ਆਉਂਦਾ ਹੈ ਉਹ ਜ਼ਰੂਰ ਸੀਸ ਨਵਾ ਕੇ ਲੰਘਦੇ ਆ। ਔਰ ਜਦੋਂ ਵੀ ਕਿਤੇ ਫੋਰ ਐਗਜ਼ਾਮਪਲ ਦਰਬਾਰ ਸਾਹਿਬ ਉੱਥੇ ਅੰਮ੍ਰਿਤਸਰ ਲੋਕ ਆਉਂਦੇ ਆ ਤਾਂ ਉੱਥੇ ਉਹ ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਿਰ, ਇੱਧਰ ਹਰਿਮੰਦਰ ਸਾਹਿਬ ਜਾਂ ਜਿੱਥੇ ਵੀ ਹੋਰ ਕਿਤੇ ਜਾਂਦਾ, ਹਰ ਧਰਮਾਂ 'ਤੇ ਲੋਕ ਨਤਮਸਤਕ ਹੋ ਕੇ ਜਾਂਦੇ ਆ। ਅਤੇ ਮੈਨੂੰ ਇਸ ਲੇਡੀ ਦਾ ਪਹਿਲਾਂ ਤਾਂ ਇਹੀ ਹੈ ਕਿ ਇਹਦੀ ਸ਼ਾਇਦ ਜਿਹੜੀ ਇਸ ਨੂੰ ਸ਼ੁਰੂ ਤੋਂ ਗੁੜਤੀ ਮਿਲੀ ਹੈ, ਪਰਵਰਿਸ਼ ਹੋਈ ਹੈ, ਜਾਂ ਇਸ ਨੂੰ ਇਹਨੇ ਗਿਆਨ ਹਾਸਲ ਕੀਤਾ ਟੀਚਰ ਬਣਨ ਤੱਕ, ਮੈਨੂੰ ਤਾਂ ਪਹਿਲਾਂ ਤਾਂ ਉਸੇ 'ਤੇ ਡਾਊਟ ਹੈ ਕਿ ਇਹ ਉਸ ਦੀ ਇਹਦੀ ਡਿਵੈਲਪਮੈਂਟ ਨਹੀਂ ਸਹੀ ਹੋਈ, ਉਹ ਜਿਹੇ ਪਰਿਵਾਰ 'ਚ ਨਹੀਂ ਪੈਦਾ ਹੋਈ ਸੀ ਜਿੱਥੇ ਇਹਨੂੰ ਇਹੋ ਜਿਹੀ ਗੁੜਤੀ ਮਿਲ ਕੇ ਸਭ ਧਰਮਾਂ ਦਾ ਚੌ ਵਰਨਾਂ ਕੋ ਸਾਂਝਾ ਦਾ ਉਪਦੇਸ਼ ਜਿਹੜਾ ਸੀ ਇਸ ਨੇ ਕਿਤੇ ਗ੍ਰਹਿਣ ਕੀਤਾ ਹੋਵੇ। ਦੂਸਰੀ ਗੱਲ, ਚਲੋ ਜੇ ਉਹੇ ਜੇ ਉਸ 'ਚੋਂ ਨਿਕਲ ਕੇ ਵੀ ਆ ਗਈ ਤਾਂ ਅੱਜ ਇਹ ਕਿਸੇ ਵਿਦਿਅਕ ਸੰਸਥਾ 'ਚ ਪੜ੍ਹਾ ਰਹੀ ਹੋਣੀ ਆ। ਉੱਥੇ ਦੇ ਮਾਹੌਲ ਵੀ ਜਿਹੜਾ ਹੈਗਾ, ਉੱਥੇ ਵੀ ਸਭ ਧਰਮਾਂ ਦੇ ਟੀਚਰ ਹੁੰਦੇ ਨੇ, ਸਭ ਧਰਮਾਂ ਦੇ ਬੱਚੇ ਹੁੰਦੇ ਨੇ, ਬੱਚਾ ਉੱਥੋਂ ਗ੍ਰਹਿਣ ਕਰ ਲੈਂਦਾ। ਅਤੇ ਅਸੀਂ ਸੋਚਦੇ ਹਾਂ ਜਿਸ ਤਰ੍ਹਾਂ ਦੀ ਉਹਦੀ ਵੇਸ਼ਭੂਸ਼ਾ ਹੈਗੀ ਆ ਫੇਸਬੁੱਕ 'ਤੇ, ਉਹ ਘੱਟੋ ਘੱਟ ਲੇਡੀ ਮੇਰਾ ਖਿਆਲ ਹੈ ਕਿ 40 ਤੋਂ 45 ਸਾਲ ਦੀ ਉਹਦੀ ਏਜ ਹੈਗੀ ਆ। ਅਤੇ ਮੈਂ ਇਹ ਸੋਚ ਰਿਹਾ ਅੱਧੀ ਉਮਰ ਤੱਕ ਆ ਕੇ ਵੀ ਜੇ ਉਸ ਨੂੰ ਹਾਲੇ ਤੱਕ ਮਤਲਬ ਕਿਸੇ ਧਰਮ ਬਾਰੇ ਉਸ ਨੂੰ ਨਹੀਂ ਪਤਾ, ਔਰ ਇੰਨਾ ਚਿਰ ਉਹਦਾ ਘੱਟੋ ਘੱਟ ਟੀਚਿੰਗ ਦਾ ਵੀ 5-7 ਸਾਲ ਦਾ 10 ਸਾਲ ਦਾ ਤਜਰਬਾ ਹੋਊਗਾ, ਤਾਂ ਮੈਨੂੰ ਤਾਂ ਉਸ ਦੀ ਇਸ ਸਾਈਕੀ 'ਤੇ ਉਹ ਲੱਗਦਾ ਕਿ ਸਰਕਾਰ ਨੂੰ ਪਹਿਲਾਂ ਤਾਂ ਉਸ ਦਾ ਉਹ ਜਿਹਾ ਟੈਸਟ ਕਰਾਉਣਾ ਚਾਹੀਦਾ, ਮੈਂਟਲ ਟੈਸਟ, ਕਿ ਇਹ ਪੜ੍ਹਾਉਣ ਦੇ ਕਾਬਲ ਹੈ। ਔਰ ਮੈਂ ਇਸ 'ਤੇ ਵੀ ਉਹ ਨਹੀਂ ਦੋਸ਼ ਦਿੰਦਾ ਕਿ ਜੇ ਉਹਨੇ ਇਹੋ ਜਿਹੀ ਪੋਸਟ ਲਿਖੀ ਸੀ ਤਾਂ ਆਪਣੇ ਬੱਚਿਆਂ ਨੂੰ, ਆਪਣੇ ਹਸਬੈਂਡ ਨੂੰ ਦਿਖਾ ਸਕਦੀ ਸੀ ਕਿ ਕੀ ਇਹ ਪੋਸਟ ਸਹੀ ਹੈ ਜਿਹੜੀ ਮੈਂ ਪਾ ਰਹੀ ਹਾਂ। ਔਰ ਜਦੋਂ ਉਹਨੇ ਪੋਸਟ ਪਾਈ ਹੈ, ਜੇ 2-4 ਨੇ ਉਹਦੀ ਨਿੰਦਾ ਕੀਤੀ, ਉਹਨੂੰ ਉਤਾਰ ਦੇਣੀ ਚਾਹੀਦੀ ਸੀ, ਕਿ ਉਹ ਪੁੱਛਣਾ ਚਾਹੀਦਾ ਸੀ ਕਿ ਇਹ ਕਿੱਥੋਂ ਇੱਦਾਂ ਦਾ ਮੈਂ ਕੰਮ ਕਰ ਰਹੀ ਹਾਂ ਜਾਂ ਕੀ ਇਹ ਠੀਕ ਹੈ। ਔਰ ਦੂਸਰੀ ਗੱਲ ਤਾਂ ਇਹ ਆ ਕਿ ਜਿੱਥੇ ਤੁਸੀਂ ਗੱਲ ਕੀਤੀ ਸੀ ਕਿ ਉਹਦੇ ਪਿੱਛੇ ਕੌਣ ਹੈ, ਪਿੱਛੇ ਤਾਂ ਖੈਰ ਜੀ ਕਾਫੀ ਕੁਛ ਲਿਖਿਆ ਜਾ ਰਿਹਾ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ। ਹਰ ਬੰਦਾ ਪੱਤਰਕਾਰ, ਹਰ ਬੰਦਾ ਬੁੱਧੀਜੀਵੀ, ਹਰ ਬੰਦਾ ਇੱਕ ਰਾਈਟਰ ਬਣ ਗਿਆ ਹੋਇਆ ਜਿੱਦਾਂ ਦਾ ਸੋਸ਼ਲ ਮੀਡੀਆ ਆਇਆ। ਪਰ ਇੱਥੇ ਗੱਲ ਇਹ ਆ ਕਿ ਪਿਛਲੇ ਕੁਝ ਸਮਿਆਂ ਦੌਰਾਨ ਹੀ ਇੰਨੀਆਂ ਪੋਸਟਾਂ ਪੈਣੀਆਂ ਸ਼ੁਰੂ ਹੋਈਆਂ ਨੇ, ਮਤਲਬ ਉਸ ਗੱਲ ਤੋਂ ਥੋੜ੍ਹੀ ਜਿਹੀ ਹੈਰਾਨੀ ਆਉਂਦੀ ਹੈ ਕਿ ਇੱਕ ਪਾਸੇ ਤਾਂ ਕਰੋਨਾ ਦੇ ਸਮੇਂ ਦੌਰਾਨ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਜਿਹੜੀ ਸੇਵਾ ਕੀਤੀ ਗਈ ਆ, ਅਮਰੀਕਾ ਦਾ ਰਾਸ਼ਟਰਪਤੀ, ਨਿਊਜ਼ੀਲੈਂਡ ਦਾ, ਆਸਟ੍ਰੇਲੀਆ ਦਾ, ਯੂਕੇ ਦਾ, ਜਿਨ੍ਹਾਂ ਨੇ ਉੱਥੋਂ ਦੇ ਗੁਰਦੁਆਰਾ ਸਾਹਿਬਾਨ ਨੂੰ ਕਿਹਾ ਕਿ ਤੁਸੀਂ ਲੰਗਰ ਛਕਾਓ, ਲੋਕਾਂ ਲਈ ਸੇਵਾ ਕਰੋ। ਔਰ ਉਸ ਤੋਂ ਬਿਨਾਂ ਜਿਹੜੇ ਹੈਲਥ ਵਰਕਰਾਂ ਲਈ ਸਾਡੇ ਜਿਹੜੇ ਜਿੰਨੀਆਂ ਸੰਸਥਾਵਾਂ ਸੀਆਂ ਉਹ ਉਹਨਾਂ ਲਈ ਡਿਵੋਟਡ ਹੋਈਆਂ, ਉਹਨਾਂ ਲਈ ਉਹਨਾਂ ਨੇ ਮਾਸਕ ਤੋਂ ਲੈ ਕੇ ਹਰ ਇਕੁਇਪਮੈਂਟ ਸਭ ਕੁਝ ਭੇਜਿਆ ਹੈਗਾ। ਅੱਛਾ, ਈਵਨ ਕਿ ਜੀ ਜਿੱਥੇ ਉਹ ਦਿੱਲੀ 'ਚ ਰਹਿ ਰਹੀ ਆ, ਉਸ ਦਿੱਲੀ ਦੀ ਸਰਕਾਰ ਨੇ ਦਿੱਲੀ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਤੁਸੀਂ ਲੰਗਰ ਲਗਾਓ। ਅੱਛਾ, ਜੇ ਬੰਦਾ ਆਪਣੇ ਸਟੇਟ 'ਚ ਰਹਿੰਦੇ ਆ, ਉਹਨੂੰ ਨਹੀਂ ਇੰਨਾ ਚੀਜ਼ ਗਿਆਨ ਹੈਗਾ ਕਿ ਨਹੀਂ ਇਹ ਲੋਕ ਤਾਂ ਇੱਥੇ ਤਾਂ ਕਰ ਰਹੇ ਆ, ਅਤੇ ਫਿਰ ਮੈਨੂੰ ਕਾਫੀ ਇਹਦੇ 'ਤੇ ਕੁਛ ਸ਼ੱਕ ਸ਼ੁਬੇ ਜਿਹੇ ਪੈਦਾ ਹੁੰਦੇ ਆ ਕਿ ਉਹ ਕਿਉਂ ਫਿਰ ਵੀ ਉਹ ਇੰਨਾਂ ਗੱਲਾਂ ਦੇ ਬਾਵਜੂਦ ਵੀ ਅਤੇ ਇਹ ਪੋਸਟ ਉਹਨੇ ਕਿਉਂ ਪਾਈ ਹੈ। ਔਰ ਸੱਚੇ ਪੁੱਛੋ, ਤੁਸੀਂ ਵੀ ਪੜ੍ਹੀ ਆ ਉਹ ਪੋਸਟ, ਕਿ ਮੇਰਾ ਖਿਆਲ ਹੈ ਜੀ ਪਹਿਲੀ ਗੱਲ ਤਾਂ ਉਹ ਕਿਸੇ ਲੇਡੀ ਦੇ ਪੜ੍ਹਨ ਵਾਲੀ ਨਹੀਂ ਜੋ ਉਹਨੇ ਗੱਲਾਂ ਲਿਖੀਆਂ,
ਠੀਕ ਹੈ। ਮੈਂ ਦੁਹਰਾ ਵੀ ਨਹੀਂ ਸਕਦਾ ਇੱਥੇ ਤੁਹਾਡੇ ਸਾਹਮਣੇ ਕਿ ਉਹ ਮੈਂ ਨਹੀਂ ਚਾਹੁੰਦਾ ਕਿ ਉਹੀ ਜੀ ਜੋ ਡੈਰੋਗੇਟਰੀ ਲੈਂਗੁਏਜ ਉਹਨੇ ਵਰਤੀ ਹੈ ਤੇ ਉਹ ਕਿਸੇ ਲੇਡੀ ਦੇ ਸੁਣਨ ਵਾਲੀ ਵੀ ਹੈ ਨਹੀਂ। ਤੇ ਇਸ ਕਰਕੇ ਇਹ ਚੀਜ਼ ਮੰਗ ਕਰਦੀ ਆ ਕਿ ਉਸ ਲੇਡੀ ਨੂੰ ਮੈਂਟਲੀ ਜਿਹੜਾ ਉਹਦਾ ਚੈੱਕਅਪ ਕੀਤਾ ਜਾਵੇ ਔਰ ਜਿਹੜੀਆਂ ਆਈਟੀ ਸੈਕਸ਼ਨ ਦੀਆਂ ਉਹਦੇ 95 ਧਾਰਾ ਲੱਗਦੀ ਹੈ ਉਹ ਲਾ ਕੇ ਉਹਦੀ ਬਾਕਾਇਦਾ ਸਾਡਾ ਸਿਵਲ ਸਰਵਿਸ ਰੂਲਸ ਹੁੰਦੇ ਆ, ਹਰੇਕ ਸਰਕਾਰ ਦੇ ਸਿਵਲ ਸਰਵਿਸ ਰੂਲਸ ਹੁੰਦੇ ਆ, ਉਹਦੇ ਤਹਿਤ ਉਹਦੀ ਜਿਹੜੀ ਡਿਪਾਰਟਮੈਂਟਲ ਜਿਹੜੀ ਆ ਉਹ ਉੱਤੇ ਐਕਸ਼ਨ ਹੋਣਾ ਚਾਹੀਦਾ। ਇਮੀਡੀਏਟਲੀ ਉਹਨੂੰ ਸਸਪੈਂਡ ਕਰਕੇ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਕਰਕੇ ਉਸ ਦਾ ਬਿਲਕੁਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਕੇ ਉਸ ਨੂੰ ਡਿਸਮਿਸਲ ਉਹਦੀ ਹੋਣੀ ਚਾਹੀਦੀ ਆ। ਸੈਕੰਡਲੀ ਜਿਹੜਾ ਵੱਖ-ਵੱਖੀ ਜਿਹੜੇ ਸੈਕਸ਼ਨਸ ਨੇ 295 ਹੋ ਗਈ ਜਾਂ 153 ਹੋ ਗਈ, ਆਈਟੀ ਐਕਟ ਹੋ ਗਿਆ, ਅਤੇ ਇੱਦਾਂ ਦਾ ਦੇਖੋ ਉਹਨੇ ਮਤਲਬ ਫਿਰ ਕੋਈ ਇਕਸੁਰਤਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਆ। ਜੋ ਸਾਡਾ ਆਪਸੀ ਨੌ ਮਾਸ ਦੇ ਰਿਸ਼ਤੇ ਨੇ ਸਾਰੇ ਧਰਮਾਂ ਦੇ ਨਾਲ, ਅਸੀਂ ਪਿਆਰ ਕਰਦੇ ਹਾਂ, ਅਸੀਂ ਹਰ ਇੱਕ ਨੂੰ ਉਹ ਬਰਾਬਰ ਦਾ ਸਮਝਦੇ ਹਾਂ, ਮਤਲਬ ਉਸ ਨੂੰ ਉਹਨੇ ਸੱਟ ਮਾਰੀ ਆ। ਅਤੇ ਇਸ ਕਰਕੇ ਮਤਲਬ ਕੁਛ ਲੋਕ ਹੋ ਸਕਦਾ ਇਸ ਤੋਂ ਕੋਈ ਨਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨ। ਅਤੇ ਅੱਜ ਇੱਕ ਜੋ ਮਤਲਬ ਸਰਬ ਸਾਂਝੀ ਖੁਸ਼ੀ ਹੈ ਸਾਰੇ ਫਿਰਕਿਆਂ ਦੇ ਵਿੱਚ, ਅਤੇ ਉਸ ਦੇ ਵਿੱਚ ਉਹ ਸ਼ਾਂਤ ਪਾਣੀਆਂ 'ਚ ਉਹਨੇ ਕੋਈ ਸਿੱਟ ਕੇ ਨਾ ਅਤੇ ਉਹਨੇ ਉਸ ਨੂੰ ਚੀਜ਼ ਨੂੰ ਹਿਲਾਇਆ। ਗਰੇਵਾਲ ਸਾਹਿਬ, ਇਸ 'ਚ ਫਿਰ ਆਪਾਂ ਉਹੀ ਗੱਲ ਆਉਂਦੇ ਸੋਸ਼ਲ ਮੀਡੀਆ 'ਤੇ ਮੈਂ ਵਾਪਸ ਆਉਣਾ ਚਾਹਾਂਗੀ। ਸੋਸ਼ਲ ਮੀਡੀਆ ਕਿਉਂ ਐਸਾ ਇੱਕ ਪਲੇਟਫਾਰਮ ਬਣ ਗਿਆ ਜਿਹਨੂੰ ਕਿ ਸੁਚੱਜੇ ਢੰਗ ਨਾਲ ਨਹੀਂ ਕੀਤਾ ਜਾਂਦਾ? ਖਾਸ ਕਰਕੇ ਸਾਡੇ ਇੱਥੇ ਜਿਹੜੀ ਹੈ ਵੱਡੀ ਪ੍ਰੋਬਲਮ ਮੈਂ ਦੇਖ ਰਹੀ ਹਾਂ ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ ਹੋਈ ਹੈ। ਜਿਵੇਂ ਕਿ ਮੈਂ ਗੱਲ ਕੀਤੀ ਸੀ ਕਿ ਇੱਕ ਜਿਹੜਾ ਹੈਗਾ ਆਪਣੇ ਸ਼ਿਵ ਸੈਨਾ ਦੇ ਕਾਗੂ ਨੇ ਵੀ ਪਿੱਛੇ ਜੇ ਇੱਦਾਂ ਦੀ ਗੱਲ ਕੀਤੀ ਹੈ, ਅਤੇ ਮਤਲਬ ਇੱਕ ਤੋਂ ਬਾਅਦ ਇੱਕ ਇਹੋ ਜਿਹੀਆਂ ਗੱਲਾਂ ਬਾਰ-ਬਾਰ ਆਉਣੀਆਂ ਅੱਗੇ। ਸੋਸ਼ਲ ਮੀਡੀਆ ਦਾ ਇਹ ਰੂਪ ਜਿਹੜਾ ਹੈਗਾ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਵੀ ਸ਼ਾਇਦ ਜਿਹੜਾ ਕਰੋਨਾ ਮਹਾਮਾਰੀ ਕਰਕੇ ਲੋਕ ਸ਼ਾਇਦ ਡਿਪਰੈਸ਼ਨ ਜਾਂ ਫਿਰ ਥੋੜ੍ਹਾ ਜਿਹਾ ਉਸ ਤਰੀਕੇ ਦੇ ਵਿੱਚ ਵੀ ਜਾ ਕੇ ਆਪਣੀ ਭੜਾਸ ਕੱਢਣ ਦੀ ਕੋਸ਼ਿਸ਼ ਕਰਦੇ ਆ? ਅਸਲ ਇਹ ਹੈ ਜੀ, ਜਿੱਥੇ ਸੋਸ਼ਲ ਮੀਡੀਆ ਦਾ ਦੇਖੋ ਨੋ ਡਾਊਟ ਇਹਦਾ ਫਾਇਦਾ ਬਹੁਤ ਹੋਇਆ। ਜੇ ਇਸ ਨੂੰ ਐਜ਼ ਐਜੂਕੇਸ਼ਨ ਲੈਵਲ 'ਤੇ ਐਜ਼ ਇਹਨੂੰ ਕਿਸੇ ਹੋਰ ਲੈਵਲ 'ਤੇ ਜਿਹੜਾ ਡਿਸੈਮੀਨੇਸ਼ਨ ਆਫ ਇਨਫੋਰਮੇਸ਼ਨ ਦੇ ਜੇ ਇਹਨੂੰ ਲੈ ਲਿਆ ਜਾਵੇ ਤਾਂ ਇਹ ਬਹੁਤ ਵਧੀਆ ਸੋਸ਼ਲ ਮੀਡੀਆ ਟੂਲ ਹੈ। ਪਰ ਜਿੱਥੇ ਫੁੱਲ ਹੁੰਦੇ ਆ ਉੱਥੇ ਕੰਡੇ ਹੁੰਦੇ ਆ, ਔਰ ਜਿੱਥੇ ਲੋਕਾਂ ਨੂੰ ਖੁੱਲ੍ਹ ਮਿਲਦੀ ਆ ਉੱਥੇ ਉਹ ਜਿਹੜਾ ਉਹ ਜਦੋਂ ਕੋਈ ਡੰਗਰ ਬੰਨੇ ਹੋਣ ਅਤੇ ਅਗਰ ਉਹਨੂੰ ਛੱਡਦੀ ਹੈ ਤਾਂ ਉਹ ਬੱਗ ਦੌੜਦਾ ਹੈ, ਉਹ ਅਣਕਿਆਸਿਆ ਦੌੜਦਾ ਹੈ। ਉਹ ਹਰ ਚੀਜ਼ ਨੂੰ ਫਿਰ ਜੋ ਫੁੱਲ ਬੂਟੇ ਨੇ ਜਾਂ ਉਹਨੇ ਦਰਖਤ ਨੇ ਉਹਨਾਂ ਨੂੰ ਉਹ ਢਾਉਂਦਾ ਵੀ ਹੈ। ਉਹੀ ਗੱਲ ਇੱਥੇ ਹੋਈ ਹੈ ਕਿ ਸੋਸ਼ਲ ਮੀਡੀਆ ਟੂਲ ਜਦੋਂ ਆਪਦੇ ਲੋਕਾਂ ਦੇ ਹੱਥ 'ਚ ਆਇਆ, ਜਿਹੜੇ ਸਾਡੇ ਵਿਹਲੇ ਲੋਕ ਸੀਗੇ ਜਾਂ ਹੋਰ ਇਸ ਤਰ੍ਹਾਂ ਦੇ ਸ਼ਰਾਰਤੀ ਦਿਮਾਗ ਸੀਗੇ, ਉਹਨਾਂ ਨੇ ਇਸ ਨੂੰ ਮਿਸਯੂਜ਼ ਵੀ ਕੀਤਾ। ਔਰ ਤੁਸੀਂ ਇੱਥੇ ਹੀ ਮੈਂ ਇੱਕ ਤੁਹਾਡੀ ਗੱਲ ਕਰ ਰਿਹਾ, ਜਿਵੇਂ ਤੁਸੀਂ ਗੱਲ ਕੀਤੀ ਸੀ ਜਿਹੜੇ ਸੋਸ਼ਲ ਮੀਡੀਆ ਦੇ ਮਿਸਯੂਜ਼ ਦੇ ਇੱਕ ਦੂਜੇ ਧਰਮਾਂ ਦੇ ਪ੍ਰਤੀ ਨਫ਼ਰਤ ਦਾ ਫੈਲਾਓ, ਇੱਕ ਦੂਜੇ ਧਰਮ ਦੇ ਖਿਲਾਫ ਲਿਖਣ ਦਾ, ਬੋਲਣ ਦਾ, ਸੋਸ਼ਲ ਮੀਡੀਆ ਨੂੰ ਉਸ ਤਰ੍ਹਾਂ ਯੂਜ਼ ਕਰਨ ਦਾ, ਇਹ ਕੁਛ ਜਿਹੜੇ ਸਾਡੇ ਏਸ਼ੀਅਨ ਮੁਲਕ ਨੇ ਇਹਨਾਂ ਦੇ ਵਿੱਚ ਹੀ ਆ। ਖਾਸ ਕਰਕੇ ਉੱਥੇ ਜਿੱਥੇ ਥੋੜ੍ਹਾ ਜਿਹਾ ਧਰਮ ਦਾ ਜ਼ਿਆਦਾ ਰੌਲਾ ਗੋਲਾ। ਔਰ ਤੁਸੀਂ ਜਿੰਨੇ ਪੱਛਮੀ ਦੇਸ਼ ਨੇ, ਜਿਹੜੇ ਡਿਵੈਲਪਡ ਦੇਸ਼ ਨੇ, ਤੁਸੀਂ ਉਹਨਾਂ ਦਾ ਗ੍ਰਾਫ ਦੇਖ ਲਓ ਕ੍ਰਾਈਮ ਦਾ, ਇਸ ਤਰ੍ਹਾਂ ਦਾ ਜਿਹੜੇ ਐਨਮਾਈਟੀ ਬਿਟਵੀਨ ਡਿਫਰੈਂਟ ਰਿਲੀਜਨਸ ਜਾਂ ਇੱਦਾਂ ਦੀਆਂ ਪੋਸਟਾਂ ਕ੍ਰੀਏਟ ਕਰਨ ਦਾ, ਉਹ ਬਹੁਤ ਹੀ ਨਿਗਲੀਜੀਬਲ ਹੈ। ਔਰ ਕੰਪੈਰੇਟਿਵ ਟੂ ਸਾਡਾ ਜਿਹੜਾ ਸਾਡੇ ਕੰਟਰੀ ਨੇ, ਇਹ ਏਸ਼ੀਅਨ ਕੰਟਰੀਜ਼ ਨੇ, ਸਾਡੇ ਲੋਕਾਂ ਦੀ ਮੈਂ ਫਿਰ ਉੱਥੇ ਆਉਣਾ ਕਿ ਉਹ ਜਿਹੜੀ ਮੈਂਟੈਲਿਟੀ ਹੈ ਉਹ ਸਾਡੀ ਮਤਲਬ ਅਸੀਂ ਉਹਨਾਂ ਲੋਕਾਂ ਮੁਤਾਬਕ ਤਾਂ ਯੂਜ਼ ਕਰ ਰਹੇ ਹਾਂ ਸੋਸ਼ਲ ਮੀਡੀਆ ਨੂੰ, ਪਰ ਸਾਡੀ ਮੈਂਟੈਲਿਟੀ ਹੋਰ ਤਰ੍ਹਾਂ ਦੀ ਆ। ਅਸੀਂ ਇੱਥੇ ਲੋਕਾਂ ਨੂੰ ਜਿਹੜੇ ਹੈਗਾ ਇੱਕ ਦੂਜੇ ਨੂੰ ਨਿੰਦਣ ਦੀ, ਇੱਕ ਦੂਜੇ ਤੋਂ ਅੱਗੇ ਲੰਘਣ ਦੀ, ਇੱਕ ਦੂਜੇ ਤੋਂ ਇਹ ਦੇਖਣ ਦੀ ਕਿ ਮੇਰੇ ਵੱਧ ਇਸ ਨਾਲ ਫੋਲੋਅਰ ਆਉਣਗੇ ਜਾਂ ਹੋਰ ਆਉਣਗੇ, ਉਹ ਇਹੀ ਗੱਲਾਂ ਕਰਦੇ ਆ ਉਸ 'ਤੇ ਸੋਸ਼ਲ ਮੀਡੀਆ 'ਤੇ ਕਿ ਸੋ ਦੈਟ ਕਿ ਮੈਂ ਗ੍ਰੈਬ ਕਰਾਂ, ਲੋਕਾਂ ਦੀ ਅਟੈਂਸ਼ਨ ਗ੍ਰੈਬ ਕਰਾਂ। ਇੱਕ ਇਹ ਵੀ ਹੈਗਾ ਕਿ ਇੱਕ ਦੂਜੇ ਦੇ ਖਿਲਾਫ ਲਿਖਣ ਦਾ ਹੈਗਾ। ਅਤੇ ਦੂਸਰੀ ਗੱਲ ਇਹ ਸੀਗਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਦੱਸਦਾ, ਜਿਵੇਂ ਕਰੋਨਾ ਆਇਆ, ਕੋਈ ਵੀ ਸਰਕਾਰ ਕਰੋਨਾ ਨੂੰ ਨਜਿੱਠਣ ਲਈ ਸਾਡਾ ਨਾ ਕਾਨੂੰਨ ਨਾ ਉਹੋ ਜਿਹੇ ਸੰਵਿਧਾਨ ਸੀਗੇ। ਇੱਕਦਮ ਹੀ ਸਾਡਾ ਜਿਹੜਾ ਨੈਸ਼ਨਲ ਡਿਜ਼ਾਸਟਰ ਐਕਟ ਉਹਦੇ 'ਤੇ ਲਾਗੂ ਕਰਨਾ ਪਿਆ, ਜਦ ਕਿ ਡਿਜ਼ਾਸਟਰ ਐਕਟ ਕਿਸੇ ਹੋਰ ਕੰਮ ਲਈ ਸੀਗਾ। ਅਤੇ ਸਾਡੀ ਉਹੀ ਜਿਹੀ ਸਿਚੁਏਸ਼ਨ ਹੀ ਨਹੀਂ ਸੀਗੀ ਕੰਟਰੀ ਦੇ ਵਿੱਚ, ਇਹੋ ਜਿਹੇ ਕਾਨੂੰਨ ਹੀ ਸੀ ਕਿ ਕਿਵੇਂ ਲੋਕਾਂ ਨੂੰ ਘਰਾਂ 'ਚ ਰੱਖ ਕੇ ਕਿਵੇਂ ਉਹ ਕਰਕੇ ਕਿਸ ਤਰ੍ਹਾਂ ਕਰਨਾ ਹੈ। ਉਹ ਸਾਰੇ ਹੁਣ ਨਵੇਂ ਕਾਨੂੰਨ, ਨਵੀਆਂ ਗੱਲਾਂ ਸਾਰੀਆਂ ਘੜੀਆਂ ਜਾ ਰਹੀਆਂ ਨੇ।
ਵਰਕ ਫਰੋਮ ਹੋਮ ਇੱਕ ਨਵੀਂ ਪੈਟਰਨ ਸਾਰਾ ਕੁਝ ਚੱਲ ਪਿਆ, ਹੋਰ ਉਹ ਚੱਲ ਪਿਆ। ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਦਾ ਉਹ ਹੋਇਆ। ਅਤੇ ਜਦੋਂ ਲੋਕ ਇਸ ਤਰ੍ਹਾਂ ਘਰਾਂ 'ਚ ਬੜੇ ਜਾਂ ਹੋ ਰਹੇ, ਇਹ ਸੋਸ਼ਲ ਮੀਡੀਆ ਦੇ ਕਾਨੂੰਨ ਜਿਹੜੇ ਸੀ ਉਹ ਬੜੇ ਸਟ੍ਰਿੰਜੈਂਟ ਹੋਣੇ ਚਾਹੀਦੇ ਸੀ ਕਿ ਲੋਕ ਜਦੋਂ ਇਸ ਨੂੰ ਇਹਦੀ ਆਊਗਾ, ਸੋਸ਼ਲ ਮੀਡੀਆ ਆਊਗਾ, ਅਤੇ ਉਸ ਲਈ ਕਿਹੜੇ ਕਾਨੂੰਨ ਹੋਣੇ ਚਾਹੀਦੇ ਨੇ। ਅੱਜ ਕੁਛ ਪੱਛਮੀ ਮੁਲਕਾਂ ਦੇ ਵਿੱਚ, ਉੱਧਰ US, UK ਜਾਂ ਫਰਾਂਸ ਵਗੈਰਾ, ਉੱਥੇ ਥੋੜ੍ਹੇ ਜਿਹੇ ਕਾਨੂੰਨ ਹਾਰਡ ਹੋ ਰਹੇ ਨੇ, ਪਰ ਸਾਡੇ ਹਾਲੇ ਵੀ ਇੱਥੇ ਲਿਬਰਲ ਨੇ। ਫੋਰ ਐਗਜ਼ਾਮਪਲ ਡਾਟਾ ਦੀ ਥੈਫਟ ਹੈਗੀ ਆ, ਉਹ ਹਾਲੇ ਤੱਕ ਸਾਡੇ ਉਸ ਤਰ੍ਹਾਂ ਦੀ ਨਹੀਂ, ਕਾਨੂੰਨ ਕੋਈ ਇੱਦਾਂ ਦਾ ਬਣਨ ਲੱਗਿਆ। ਅਤੇ ਇਸੇ ਤਰ੍ਹਾਂ ਹੁਣ ਜੇ ਸੋਸ਼ਲ ਮੀਡੀਆ ਦੀ ਮਿਸਯੂਜ਼ ਦੇ ਖਿਲਾਫ ਅਗਰ ਕਾਨੂੰਨ ਸਹੀ ਬਣ ਜੇ ਔਰ ਚੰਗੀਆਂ ਫਾਈਨ ਹੋ ਜਾਣ ਔਰ ਜਿਹੜੀ ਹੈਗੀ ਆ ਪਨਿਸ਼ਮੈਂਟ ਆ ਉਹ ਜ਼ਿਆਦਾ ਹੋ ਜੇ, ਫਿਰ ਲੋਕ ਥੋੜ੍ਹੇ ਜਿਹੇ ਰੁਕਣਗੇ ਵੀ। ਸੈਕੰਡਲੀ ਇਸ ਦੀ ਇੱਕ ਐਜੂਕੇਸ਼ਨ ਦੀ ਵੀ ਲੋੜ ਹੈ। ਜੇ ਆਨਲਾਈਨ ਇਹ ਸਾਰਾ ਕੁਝ ਵਧ ਗਿਆ ਤਾਂ ਆਨਲਾਈਨ ਉਹ ਜਿਹੇ ਐਜੂਕੇਸ਼ਨ ਟੂਲਸ ਵੀ ਹੋਣੇ ਚਾਹੀਦੇ ਸੀ ਬਰਾਬਰ ਦੇ, ਕਿ ਤੁਸੀਂ ਇਸ ਨੂੰ ਯੂਜ਼ ਕਿਸ ਤਰ੍ਹਾਂ ਕਰਨਾ ਔਰ ਮਿਸਯੂਜ਼ ਹੈ ਜਿਹੜੀ ਇਹ ਤੁਹਾਨੂੰ ਕੀ ਨੁਕਸਾਨ ਦੇਊਗੀ। ਇਹ ਜ਼ਰੂਰ ਲੋਕਾਂ ਨੂੰ ਦੱਸਣ ਦੀ ਲੋੜ ਸੀ ਕਿ ਸਾਡੇ ਕੋਲੇ ਮਤਲਬ ਇੱਕ ਕਿਸਮ ਦਾ ਆ ਤਾਂ ਗਿਆ ਸਾਰਾ ਕੁਝ, ਪਰ ਅਸੀਂ ਉਸ ਨੂੰ ਹੈਂਡਲ ਕਰਨਾ, ਉਸ ਨੂੰ ਮਤਲਬ ਆਪਣੇ ਇੰਜੋਇਮੈਂਟ ਲਈ ਜ਼ਿਆਦਾ ਵਰਤਣਾ ਸ਼ੁਰੂ ਕਰਤਾ, ਉਹਦੇ ਕੰਸੀਕੁਐਂਸਿਸ ਭੁੱਲ ਗਏ ਕਿ ਇਹਦਾ ਨੁਕਸਾਨ ਸਾਡੇ ਲਈ ਕੀ ਹੋਊਗਾ। ਉਹ ਤੁਸੀਂ ਗੱਲ ਕੀਤੀ ਹੁਣੀ ਐਜੂਕੇਸ਼ਨ ਦੀ, ਤੇ ਐਜੂਕੇਸ਼ਨ ਦੇ ਨਾਲ ਨਾਲ ਟੂਲਸ ਦੀ ਗੱਲ ਕੀਤੀ। ਕਰੋਨਾ ਦੀ ਜੇ ਆਪਾਂ ਗੱਲ ਕਰੀਏ ਤੇ ਉਸ ਟੀਚਰ ਨੇ ਜਿਹਨੇ ਉਹ ਬੜੇ ਡੈਰੋਗੇਟਰੀ ਜੀ ਲੈਂਗੁਏਜ ਉੱਥੇ ਸੋਸ਼ਲ ਮੀਡੀਆ ਤੇ ਨਸ਼ਰ ਕੀਤੀ ਹੈ, ਉਸ ਨੂੰ ਜੇ ਆਪਾਂ ਨਾਲ ਲੈ ਕੇ ਚੱਲੀਏ, ਕਰੋਨਾ ਕਾਲ ਦੇ ਵਿੱਚ ਜਿਹੜੀ ਐਜੂਕੇਸ਼ਨ ਦਾ ਵੀ ਵੇ ਜਾਂ ਮੋਡ ਜਿਹੜਾ ਹੈਗਾ ਉਹ ਚੇਂਜ ਹੋਇਆ, ਮੀਡੀਅਮ ਚੇਂਜ ਹੋਇਆ। ਆਨਲਾਈਨ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਆ ਗਈ ਹੈ, ਅਤੇ ਉਹ ਟੀਚਰ ਇੰਨੀ ਕੁ ਵਿਹਲੀ ਹੈ ਕਿ ਉਹ ਆਨਲਾਈਨ ਐਜੂਕੇਸ਼ਨ ਦੇ ਹਿਸਾਬ ਨਾਲ, ਮਤਲਬ ਜੇ ਸੋਸ਼ਲ ਮੀਡੀਆ ਚਲਾਉਣਾ ਬਾਈ ਦੇ ਵਿੱਚ ਸਿੱਖ ਲਿਆ ਹੋਏਗਾ ਜਾਂ ਇਹਦੀ ਪ੍ਰੈਕਟਿਸ ਇਹਨਾਂ ਦਿਨਾਂ 'ਚ ਜ਼ਿਆਦਾ ਹੋ ਗਈ ਹੋਏਗੀ, ਬਜਾਏ ਕਿ ਕਿਉਂਕਿ ਜੇ ਆਪਾਂ ਦਿੱਲੀ ਸਰਕਾਰ ਦੀ ਗੱਲ ਕਰੀਏ, ਆਨਲਾਈਨ ਕਲਾਸਿਸ ਦੇ ਸਭ ਤੋਂ ਜ਼ਿਆਦਾ ਹਿਮਾਇਤੀ ਤੇ ਉਹਦੇ ਵਿੱਚ ਚੜ੍ਹਦੀ ਹੈ। ਅਤੇ ਇੰਨੀ ਕੁ ਵੇਲੀ ਇਹ ਟੀਚਰ ਵੀ ਆਪਣੇ ਸਟੂਡੈਂਟਸ ਨੂੰ ਛੱਡ ਕੇ, ਅਤੇ ਉਹ ਜਿਹੜੀ ਇੰਨਾ ਇੰਪੋਰਟੈਂਟ ਔਰ ਸੈਂਸਿਟਿਵ ਟਾਈਮ ਹੈ ਜਦੋਂ ਕਿ ਬੱਚਿਆਂ ਨੂੰ ਆਨਲਾਈਨ ਪੜ੍ਹਾਉਣਾ ਜ਼ਰੂਰੀ ਹੈ, ਔਰ ਬੱਚਿਆਂ ਨੂੰ ਆਨਲਾਈਨ ਤੋਂ ਤਕਲੀਫ ਹੋ ਰਹੀ ਹੈ ਉਹਨਾਂ ਨੂੰ, ਕਿਉਂਕਿ ਆਦਤ ਨਹੀਂ ਹੈ ਉਸ ਤਰ੍ਹਾਂ ਦੇ ਕਲਾਸਰੂਮ ਨੂੰ ਅਟੈਂਡ ਕਰਨ 'ਚ ਪ੍ਰੋਬਲਮ ਆ ਰਹੀ, ਜਦ ਕਿ ਉੱਥੇ ਆਪਣੇ ਨੂੰ ਫੋਕਸ 'ਤੇ ਕੌਨਸਨਟਰੇਟ ਕਰੇ, ਉਹਨੂੰ ਛੱਡ ਕੇ ਉਹ ਦੂਸਰੇ ਪਾਸੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਉਹਦੇ ਵੱਲ ਆਪਣਾ ਧਿਆਨ ਜ਼ਿਆਦਾ ਦੇ ਰਹੀ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿੰਨਾ IT ਦਾ ਜਾਂ ਆਨਲਾਈਨ ਐਜੂਕੇਸ਼ਨ ਦਾ ਉੱਥੇ ਦਿੱਲੀ 'ਚ ਪਸਾਰ ਹੋਇਆ, ਅਤੇ ਉਸ ਦਾ ਮੈਨੂੰ ਲੱਗਦਾ ਕਿ ਸ਼ਾਇਦ ਇਹ ਲੇਡੀ ਉਸ ਟਾਈਮ ਨੂੰ ਉਹਨੂੰ ਮਿਸਯੂਜ਼ ਕੀਤਾ। ਕਿੱਥੇ ਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਇਸ ਨੂੰ ਇਹ ਚਾਹੀਦਾ ਸੀ ਕਿ ਉਹ ਟੂਲ ਨੂੰ ਆਪਣੇ ਬੱਚਿਆਂ ਲਈ ਵਰਤਦੀ, ਉਸ ਟੂਲ ਨੂੰ ਲੋਕਾਂ ਨੂੰ ਐਜੂਕੇਟ ਕਰਨ ਲਈ ਵਰਤਦੀ। ਔਰ ਜੇ ਇਹ ਫੇਸਬੁੱਕ ਚਲਾਉਣਾ ਜਾਣਦੀ ਆ ਤਾਂ ਇਹ ਫੇਸਬੁੱਕ 'ਤੇ ਉਹ ਗੱਲਾਂ ਵੀ ਦੇਖਦੀ ਕਿ ਜਿੱਥੇ ਸਿੱਖਾਂ ਨੇ ਜਾਂ ਵੱਖ-ਵੱਖ ਜਿਹੜੇ ਸਿੱਖ ਸੰਸਥਾਵਾਂ ਨੇ ਕਰੋਨਾ ਦੌਰਾਨ ਲੋਕਾਂ ਦੀ ਹੈਲਪ ਕੀਤੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹੈਲਪ ਕੀਤੀ ਹੈ। ਖਾਲਸਾ ਏਡ ਵਰਗੀਆਂ ਸੰਸਥਾਵਾਂ ਕਿਤੇ ਫਿਰਦੀਆਂ ਨੇਗੀਆਂ, ਅਤੇ ਹੋਰ ਸੰਸਥਾਵਾਂ ਕਿੰਨੀਆਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ। ਅਤੇ ਜੋ ਸੋਸ਼ਲ ਮੀਡੀਆ ਯੂਜ਼ ਕਰ ਰਹੀ ਹੈ ਫੇਸਬੁੱਕ 'ਚ, ਤਾਂ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀ, ਡਿਸਪਾਈਟ ਦੈਟ ਉਹਦੇ ਕੋਲ ਇੰਨੀ ਇਨਫੋਰਮੇਸ਼ਨ ਹੋਣ ਦੇ ਬਾਵਜੂਦ, ਕਿ ਉਹ ਫਿਰ ਉਹ ਡੈਰੋਗੇਟਰੀ ਲਫ਼ਜ਼ ਲਿਖ ਰਹੀ ਆ, ਗੁਰੂ ਸਾਹਿਬਾਨਾਂ ਦੀ ਨਿੰਦਿਆ ਕਰ ਰਹੀ ਆ, ਸਿੱਖਾਂ ਦੀ ਨਿੰਦਿਆ ਕਰ ਰਹੀ ਆ ਕਿ ਝੂਠੇ ਹੁੰਦੇ ਆ, ਗੁਰਦੁਆਰਿਆਂ ਨੂੰ ਆਤੰਕਵਾਦੀ ਅੱਡੇ ਦੱਸ ਰਹੀ ਆ, ਹੋਰ ਬਹੁਤ ਕੁਛ ਗਲਤ ਗੱਲ ਕਰੀ ਆ। ਅਤੇ ਮੈਨੂੰ ਤਾਂ ਇਹ ਲੱਗਦਾ ਕਿ ਇਸ ਗੱਲ ਦੇ ਵਿੱਚ ਉਹ ਮੈਂਟਲੀ ਸਿੱਕ ਹੈ। ਔਰ ਸੈਕੰਡਲੀ ਇਹ ਵੀ ਹੋ ਸਕਦਾ ਕਿ ਉਹਦੇ ਪਿੱਛੇ ਕੋਈ ਹੋਰ ਹੋਵੇ ਜਿਹਨੇ ਪੋਸਟ ਉਸ ਨੂੰ ਦੱਸਿਆ ਹੋਵੇ ਕਿ ਇਸ ਤਰ੍ਹਾਂ ਦੀਆਂ ਪੋਸਟਾਂ ਪਾਓ, ਜਦਾਂ ਕਰੋ। ਉਹ ਵੀ ਹੋ ਸਕਦਾ ਇਸ ਤਰ੍ਹਾਂ ਦੀ ਹੋਵੇ ਕਿ ਜੇ ਅੱਜ ਜੋ ਸਮਾਂ ਚੱਲ ਰਿਹਾ ਕੁਛ ਹੋਰ ਲੋਕ ਵੀ ਸਿੱਖ ਧਰਮ ਦੇ ਖਿਲਾਫ ਬੋਲ ਰਹੇ ਆ ਜਾਂ ਕਿਸੇ ਨੇ ਸਿੱਖਾਂ ਦੇ ਖਿਲਾਫ ਬੋਲਿਆ ਇਸ ਦੇ ਦੌਰਾਨ, ਕਈਆਂ ਨੂੰ ਹੋ ਸਕਦਾ ਹੈ ਕਿ ਜਿਹੜੀ ਮਤਲਬ ਇਹ ਜਿਹੜੀ ਸਿੱਖਾਂ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਆ ਦੂਰੋਂ ਨੇੜਿਓਂ, ਅਤੇ ਉਹ ਸ਼ਾਇਦ ਨਾ ਹਜ਼ਮ ਹੁੰਦੀ ਹੋਵੇ। ਤੁਸੀਂ ਦੇਖੋ ਕਿ US ਅਤੇ ਕੈਨੇਡਾ 'ਚ ਤਾਂ ਵਿਸਾਖੀ ਦੇ ਤਿਉਹਾਰ ਨੂੰ ਨੈਸ਼ਨਲ ਤਿਉਹਾਰ ਵਾਂਗੂ ਉਹਨਾਂ ਨੇ ਕਰਤੀ, ਹੌਲੀਡੇ ਵੀ ਡਿਕਲੇਅਰ ਕਰਤੀ, ਸਟੇਟ ਲੈਵਲ ਦਾ ਉਹਨਾਂ ਨੂੰ ਉਹ ਜਿਹੜਾ ਹੈਗਾ ਫੈਸਟੀਵਲ ਕਰਾਰ ਦਿੱਤਾ ਹੋਇਆ। ਜਦੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਥੇ ਵੀ ਹਰ ਸੇਵਾ ਕਰਕੇ ਮਤਲਬ ਸਿੱਖਾਂ ਦੀ ਇੱਕ ਪ੍ਰਸ਼ੰਸਾ ਹੋ ਰਹੀ ਆ, ਅਤੇ ਹੋ ਸਕਦਾ ਕੁਛ ਲੋਕਾਂ ਨੂੰ ਹਜ਼ਮ ਨਾ ਹੁੰਦੀ ਹੋਵੇ, ਅਤੇ ਉਹ ਉਹਨਾਂ ਲੋਕਾਂ 'ਚੋਂ ਹੋਵੇ ਜਿਹੜੇ ਇੱਦਾਂ ਦੀ ਨਿੰਦਾ ਕਰਦੇ ਆ, ਅਤੇ ਇਹ ਵੀ ਸ਼ਾਇਦ ਸਾਰਾ ਕੁਛ ਇਗਨੋਰ ਕਰਕੇ ਉਹਨਾਂ ਗੱਲਾਂ ਨੂੰ ਅਤੇ ਉਸ ਸੋਸ਼ਲ ਮੀਡੀਆ ਨੂੰ, ਉਸ ਆਪਦੇ ਟਾਈਮ ਨੂੰ, ਕਰੋਨਾ ਦੌਰਾਨ ਜਿਹੜੀ ਉਹ ਵਰਕ ਫਰੋਮ ਹੋਮ ਕਰ ਰਹੀ ਆ ਜਾਂ ਆਈਸੋਲੇਸ਼ਨ 'ਚ ਬੈਠੀ ਆ, ਉੱਥੋਂ ਉਹ ਇਹੋ ਜਿਹੀਆਂ ਗੱਲਾਂ ਪੋਸਟਾਂ ਪਾ ਕੇ ਮਤਲਬ ਕੀ ਸਰਵ ਕਰਨਾ ਚਾਹੁੰਦੀ ਆ। ਇਹ ਇੱਕ ਇਨਕੁਆਇਰੀ ਹੈ, ਉਹ ਇਨਕੁਆਇਰੀ ਸਾਬਤ ਕਰੂ। ਅਤੇ ਅਸੀਂ ਇਸ ਲਈ ਇੱਕ ਚਿੱਠੀ ਵੀ ਲਿਖੀ ਆ ਮੁੱਖ ਮੰਤਰੀ ਦਿੱਲੀ ਸਰਕਾਰ ਨੂੰ,
ਔਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਮੈਂ ਬੇਨਤੀ ਕੀਤੀ ਹੈ ਕੱਲ੍ਹ ਦੀ ਕਿ ਵੀ ਇਸ ਨੂੰ ਜਿਹੜਾ ਹੈਗਾ ਜ਼ਰੂਰ ਇਹਦਾ ਮਤਲਬ ਸੰਗਿਆਨ ਲਿਆ ਜਾਵੇ। ਔਰ ਮੈਂ SGPC ਦੇ ਵੀ ਕਈ ਮੈਂਬਰਾਂ ਨੂੰ ਇਸ ਬਾਰੇ ਕਿਹਾ ਕਿ ਉਹ ਜ਼ਰੂਰ ਜਥੇਦਾਰ ਸਾਹਿਬ ਦੇ ਜਾਂ ਹੋਰ ਨੋਟਿਸ ਲਿਆਉਣ, ਇਸ ਮਸਲੇ ਨੂੰ ਉਠਾਉਣ। ਅਤੇ ਦੇਖੋ ਜੇ ਤੁਸੀਂ ਅੱਜ ਇਹ ਮਸਲਾ ਨਾ ਕੋਈ ਇਹਦਾ ਲਿਆ ਐਕਸ਼ਨ ਲਿਆ ਤਾਂ ਕੱਲ੍ਹ ਨੂੰ ਸੋਸ਼ਲ ਮੀਡੀਆ ਉਹਨਾਂ ਕੋਲ ਹਰੇਕ ਕੋਲੇ ਪਿਆ ਤਾਂ ਪਤਾ ਨਹੀਂ ਕੀ ਕੁਛ ਲੋਕ ਇੱਥੇ ਪਾਉਣਗੇ। ਅਤੇ ਮੈਂ ਇਹ ਚਾਹੁੰਦਾ ਕਿ ਸਰਕਾਰਾਂ ਨੂੰ ਇਸ 'ਤੇ ਹੁਣ ਹੋਣਾ ਚਾਹੀਦਾ, ਇਹਦੇ 'ਤੇ ਜਿਹੜੀ ਹੈਗੀ ਆ ਸੈਕਸ਼ਨ ਜਿਹੜੀ ਹੈਗੀ ਆ ਉਹ ਸੁਧਰਨੀ ਚਾਹੀਦੀ ਆ। ਉਹ ਸੈਕਸ਼ਨ ਜਿਹੜੀ 253 ਇਹ ਹੈਗਾ ਉਸ ਦੇ ਵਿੱਚ ਸੋਧ ਕਰਕੇ ਉਹਦੇ 'ਚ ਇੱਕ ਤਾਂ ਸਜ਼ਾ ਜਿਹੜੀ ਹੈਗੀ ਆ ਉਸ ਨੂੰ ਵਧਾਉਣ, ਫਾਈਨ ਕਰਨ, ਅਤੇ ਇਹ 'ਤੇ ਜਿਹੜੀ ਹੈਗੀ ਆ ਇੰਸਟੈਂਟ ਜਿਹੜੀ ਸੁਣਵਾਈ ਹੋਵੇ। ਠੀਕ ਹੈ ਜੀ, ਕੋਈ ਸਪੈਸ਼ਲ ਅਦਾਲਤਾਂ ਹੋਣ ਜਿਹੜੀਆਂ ਸੁਣਵਾਈ ਕਰਨ ਕਿਸੇ ਵੀ ਧਰਮ ਦੀ। ਮੈਂ ਇਕੱਲੇ ਸਿੱਖ ਧਰਮ ਦੀ ਨਹੀਂ ਕਹਿੰਦਾ, ਮੈਂ ਇਹ ਕਹਿੰਦਾ ਕਿ ਕਿਸੇ ਵੀ ਧਰਮ ਦੀ, ਜੇ ਮੈਂ ਵੀ ਕਿਸੇ ਦੂਜੇ ਧਰਮ ਦੀ ਨਿੰਦਾ ਕਰ ਰਿਹਾ ਹਾਂ ਤਾਂ ਉਸ 'ਤੇ ਵੀ ਲੱਗੇ ਇਹ ਉਹ ਧਾਰਾ ਜਿਹੜੀ ਆ ਹਰ ਧਰਮ ਦੇ ਲਈ ਹੋਵੇ ਕਿ ਉਹ ਕਾਨੂੰਨ ਇਹੋ ਜਿਹਾ ਹੋਵੇ, ਕਿਉਂਕਿ ਕੋਈ ਧਰਮ ਕਿਸੇ ਦੂਜੇ ਧਰਮ ਦੀ ਨਿੰਦਾ ਦੀ ਜਾਂ ਬਲਾਸਫੇਮੀ ਜਾਂ ਉਹ ਇਸ ਤਰ੍ਹਾਂ ਦੀ ਕਿਤੇ ਵੀ ਇਜਾਜ਼ਤ ਨਹੀਂ ਦਿੰਦੇ। ਇਹ ਅੱਜ ਲੋੜ ਹੈ ਕਿ ਜਥੇਦਾਰ ਸਾਹਿਬ ਨੂੰ ਚਾਹੀਦਾ, ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਕਿ ਉਹ ਇਸ 'ਤੇ ਕੋਈ ਇਕਮਤ ਹੋ ਕੇ ਅਤੇ ਸਰਕਾਰ ਨਾਲ ਰਾਬਤਾ ਕਾਇਮ ਕਰਨ ਅਤੇ ਇਸ ਤਰ੍ਹਾਂ ਦੀ ਇੱਕ ਪ੍ਰਪੋਜ਼ਲ ਦੇ ਕੇ ਕਿ ਇਸ ਦੇ ਵਿੱਚ ਹੋਰ ਕੀ ਜਿਹੜੀ ਆ ਮਤਲਬ ਸੈਕਸ਼ਨ ਨੂੰ ਟਾਈਟ ਕੀਤਾ ਜਾ ਸਕਦਾ ਕਿ ਕੋਈ ਜ਼ਰੂਰਤ ਨਾ ਕਰੇ ਕਿਸੇ ਧਰਮ ਦੇ ਕਿਸੇ ਗੁਰੂ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਕੈਰੀਕੇਚਰ ਬਣਾ ਕੇ, ਇਸ ਤਰ੍ਹਾਂ ਦੀ ਫਿਲਮ ਬਣਾ ਕੇ ਜਾਂ ਇਸ ਤਰ੍ਹਾਂ ਦਾ ਕੋਈ ਕੰਮ ਕਰਕੇ। ਤੁਸੀਂ ਦੇਖੋ ਫਿਲਮਾਂ ਵੀ ਪਿੱਛੇ ਆਈਆਂ ਨੇ ਜਿਹੜੀਆਂ ਫਿਲਮਾਂ ਦੇ ਵਿੱਚ ਸਿੱਖ ਦਾ ਰੋਲ ਜਿਹੜਾ ਹੈਗਾ ਉਹ ਮਤਲਬ ਬਹੁਤ ਗਲਤ ਪੋਰਟਰੇ ਕੀਤਾ ਹੈ ਨਾ, ਇਸ ਤਰ੍ਹਾਂ ਦਾ ਕੀਤਾ। ਅਤੇ ਇਸ ਤਰ੍ਹਾਂ ਦਾ ਕੋਈ ਮਤਲਬ ਹੋਣਾ ਚਾਹੀਦਾ ਜਿਸ 'ਤੇ ਚੈੱਕ ਹੋਵੇ। ਖੁਦ ਸੈਂਟਰਲ ਗੌਰਮੈਂਟ ਨੂੰ ਵੀ ਇਸ 'ਤੇ ਚਾਹੀਦਾ, ਜੇ ਸੈਂਸਰ ਬੋਰਡ ਵੀ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ 'ਚ ਪੂਰਾ ਇੱਕ ਹਰ ਧਰਮ ਦਾ ਇੱਕ ਬੰਦਾ ਗਿਆਤਾ ਬੈਠਾ ਹੋਵੇ, ਚਾਹੇ ਉਹ ਮਤਲਬ ਹਿੰਦੂ ਧਰਮ ਦੇ ਕੋਈ ਸੀਰੀਅਲ ਜਾਂ ਉਹ ਬਣ ਰਿਹਾ, ਚਾਹੇ ਕੋਈ ਬੁੱਧ ਧਰਮ 'ਤੇ ਬਣ ਰਿਹਾ, ਮੁਸਲਮਾਨਾਂ 'ਤੇ ਬਣ ਰਿਹਾ, ਚਾਹੇ ਸਿੱਖਾਂ 'ਤੇ, ਈਸਾਈਆਂ 'ਤੇ, ਕਿਸੇ 'ਤੇ ਬਣ ਰਿਹਾ, ਉਹ ਉਸ ਨੂੰ ਦੇਖ ਕੇ ਪਰਖ ਕੇ ਫਿਰ ਉਹ ਕਰੇ। ਔਰ ਸੈਕੰਡਲੀ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਨੇ, ਜਿਹੜੀਆਂ ਉਹ ਕੰਪਨੀਆਂ ਨੇ, ਫੇਸਬੁੱਕ ਹੈ, ਟਵਿੱਟਰ ਹੈ ਜਾਂ ਇੰਸਟਾ ਹੈ ਜਾਂ YouTube ਹੈ, ਉਹਨਾਂ ਨੂੰ ਵੀ ਇਹੋ ਜਿਹੇ ਚੈੱਕ ਹੋਣੇ ਚਾਹੀਦੇ ਨੇ। ਉਹ ਵਰਡਸ ਨੇ ਜਿਹੜੇ ਉਹ ਮਤਲਬ ਉਸ 'ਚ ਹੋਣ, ਪ੍ਰੋਹਿਬਿਟਡ ਵਰਡ 'ਚ ਹੋਣ। ਜੇ ਕੋਈ ਇੱਦਾਂ ਦੇ ਵਰਡ ਲਿਖੇ ਤਾਂ ਉਹ ਪੋਸਟ ਹੈ ਜਿਹੜੀ ਆਟੋਮੈਟਿਕਲੀ ਮਤਲਬ ਅਪਲੋਡ ਹੀ ਨਾ ਹੋਵੇ। ਮਤਲਬ ਉਹ ਹੁੰਦੇ ਆ IT ਦੇ ਵਿੱਚ ਹੈਗੇ ਆ, ਤੁਸੀਂ ਉਹਨੇ ਵਰਡ ਪਾ ਕੇ ਉਸ 'ਚ ਪਾ ਦਿਓ ਅਤੇ ਜੇ ਕੋਈ ਉਹ ਵਰਡ ਲਿਖ ਕੇ ਪੋਸਟ ਪਾਉਂਦਾ ਤਾਂ ਉਹ ਪੋਸਟ ਅਪਲੋਡ ਹੀ ਨਹੀਂ ਹੋਊਗੀ। ਅਤੇ ਮੈਂ ਇਹ ਚਾਹੂੰਗਾ ਕਿ ਮਤਲਬ ਇਸ ਵੱਲੋਂ ਇੱਕ ਡਾਇਰੈਕਟ ਹੋਣਾ ਚਾਹੀਦਾ, ਸਰਕਾਰ ਵੱਲੋਂ ਡਾਇਰੈਕਟਿਵ ਇਸ਼ੂ ਹੋਣਾ ਚਾਹੀਦਾ ਔਰ ਅਕਾਲ ਤਖਤ ਸਾਹਿਬ ਵੱਲੋਂ ਵੀ ਹੋ ਜਾਏ ਕਿ ਜੇ ਕੋਈ ਇੱਦਾਂ ਦਾ ਸੋਸ਼ਲ ਪਲੇਟਫਾਰਮ 'ਤੇ ਕੋਈ ਪੋਸਟ ਆਉਂਦੀ ਆ ਤਾਂ ਉਹ ਸੋਸ਼ਲ ਪਲੇਟਫਾਰਮ ਵਾਲੀ ਕੰਪਨੀ ਵੀ ਜ਼ਿੰਮੇਵਾਰ ਹੋਣੀ ਚਾਹੀਦੀ ਆ, ਕਿਉਂਕਿ ਉਸ ਨੂੰ ਯੂਜ਼ ਕੀਤਾ ਜਾ ਰਿਹਾ। ਜੇ ਫੇਸਬੁੱਕ ਨਾ ਹੁੰਦੀ ਤਾਂ ਉਹ ਕਿੱਥੋਂ ਲਿਖਣੀਆਂ ਸੀ ਉਹਨੇ। ਦਰਬਾਰ ਸਾਹਿਬ ਇਹਦੇ ਵਿੱਚ ਜਿਹੜਾ ਤੁਸੀਂ ਕਿਉਂਕਿ ਪੰਜਾਬੀ ਕਲਚਰਲ ਫੋਰਮ ਦੇ ਚੇਅਰਮੈਨ ਵੀ ਹੈਗੇ ਹੋ, ਤੁਸੀਂ ਇਸ ਚੀਜ਼ ਨੂੰ ਵੈਸੇ ਤਾਂ ਆਮ ਤੌਰ 'ਤੇ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਵੀ ਇਹ ਗੱਲਾਂ ਹੁੰਦੀਆਂ, ਬਾਕੀ ਜਿਹੜੇ ਫੋਰਮਸ ਨੇ ਡਿਫਰੈਂਟ ਇੰਟਰਨੈਸ਼ਨਲ ਲੈਵਲ 'ਤੇ ਗਲੋਬਲੀ, ਤੁਸੀਂ ਜੇ ਇਹਦੇ ਵੈਸੇ ਆਉਣ ਵਾਲੇ ਦਿਨਾਂ 'ਚ ਤੁਸੀਂ ਆਲਰੇਡੀ ਜਿਵੇਂ ਕਿਹਾ ਵੀ ਮੈਂ ਪੱਤਰ ਵੀ ਲਿਖਿਆ ਹੈ ਅਤੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਹੈ, ਪਰ ਇੱਕ ਸਿੱਖ ਹੋਣ ਦੇ ਨਾਤੇ ਕਿਉਂਕਿ ਉਹਨੇ ਸਪੈਸ਼ਲੀ ਆਪਣੀਆਂ ਸਪੋਜ਼ ਦੇ ਵਿੱਚ ਸਿੱਖ ਜਿਹੜੀਆਂ ਸੈਂਟੀਮੈਂਟਸ ਨੂੰ ਹਰਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਕੋਸ਼ਿਸ਼ ਕਰੋਗੇ ਕਿ ਇਹਨੂੰ ਜਿਹੜਾ ਹੈ ਗਲੋਬਲ ਜਾਂ ਇੰਟਰਨੈਸ਼ਨਲ ਲੈਵਲ 'ਤੇ ਵੀ ਬਾਕੀ ਫੋਰਮਸ ਦੇ ਨਾਲ ਵੀ ਉੱਥੇ ਤੱਕ ਵੀ ਲੈ ਕੇ ਜਾਇਆ ਜਾਵੇ? ਮੈਂ ਕਾਫੀ ਚਿਰ ਤੋਂ ਇਹ ਸੋਚ ਰਿਹਾ ਸੀ ਇਸ ਗੱਲ 'ਤੇ। ਮੈਂ ਇੱਕ ਛੋਟੀ ਜਿਹੀ ਨਾ ਇੱਕ ਡਰਾਫਟਿੰਗ ਜੀ ਤਿਆਰ ਕਰ ਰਿਹਾ ਅਤੇ ਉਹ ਮੈਂ ਜਥੇਦਾਰ ਸਾਹਿਬ ਨੂੰ ਭੇਜੂੰਗਾ ਕਿ ਉਹ ਇਸ 'ਤੇ ਚਲੋ ਮੈਂ ਤਾਂ ਆਪਣੇ ਲਈ ਇਹ ਕਰ ਸਕਦਾ ਕਿ ਸਾਡੇ ਜਿਹੜੇ ਜਥੇਦਾਰ ਸਾਹਿਬ ਨੇ ਉਹ ਹਰ ਚੀਜ਼ ਨੂੰ ਕੰਟਰੋਲ ਕਰਦੇ ਆ ਕਿ ਉਹ ਇਸ ਤਰ੍ਹਾਂ ਦੀ ਕੋਈ ਪਾਲਿਸੀ ਤਿਆਰ ਕਰਨ, ਇੱਦਾਂ ਦਾ ਡਾਇਰੈਕਟਿਵ ਕੌਮ ਨੂੰ ਦੇਣ, ਇੱਦਾਂ ਦੀ ਜਿਹੜੀ ਇੱਕ ਹਦਾਇਤ ਹੈ ਉਹ ਪ੍ਰਿੰਟ, ਇਲੈਕਟ੍ਰੋਨਿਕ, ਸੋਸ਼ਲ ਮੀਡੀਆ, ਫਿਲਮ ਪ੍ਰੋਡਿਊਸਰਸ ਜਾਂ ਹੋਰ ਜਿਹੜਾ ਵੀ ਕੋਈ ਪ੍ਰੋਡਿਊਸਰ ਹੈਗਾ ਜਾਂ ਜਿਹੜਾ ਵੀ ਕੋਈ ਹੈਗਾ ਅਤੇ ਉਹਨਾਂ ਨੂੰ ਇੱਕ ਹਜਾ ਡਾਇਰੈਕਟਿਵ ਹੋਵੇ, ਉਹ ਇੱਕ ਪੂਰਾ ਗਾਈਡਲਾਈਨਸ ਹੋਣ ਕਿ ਤੁਸੀਂ ਇਸ ਗਾਈਡਲਾਈਨ ਦੇ ਸਿਰ 'ਤੇ ਜਿਹੜੀ ਆ ਆਪਣਾ ਜਿਹੜੀ ਆ ਫਿਲਮ ਤਿਆਰ ਕਰਨਾ, ਨਾਟਕ ਤਿਆਰ ਕਰਨਾ, ਆਪਣਾ ਜੋ ਵੀ ਕੁਛ ਤਿਆਰ ਕਰਨਾ, ਔਰ ਉਹ ਗਾਈਡਲਾਈਨ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਹੋਣ ਕਿ ਵੀ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਆਹ ਚੀਜ਼ ਨਹੀਂ ਲਿਖਣੀ, ਆਹ ਚੀਜ਼ ਲਿਖਣੀ ਆ।
ਨੰਬਰ 1 ਤਾਂ ਇਹ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਇੱਦਾਂ ਦਾ ਕੋਈ ਡਾਇਰੈਕਟਿਵ ਹਾਲੇ ਤੱਕ ਮਤਲਬ ਨਾ SGPC ਵੱਲੋਂ ਹੈ ਨਾ ਅਕਾਲ ਤਖਤ ਸਾਹਿਬ ਵੱਲੋਂ ਆ। ਮਤਲਬ ਇੱਕ ਪੂਰਾ ਡੂਜ਼ ਐਂਡ ਡੋਂਟਸ ਉਹ ਹੋਣੇ ਚਾਹੀਦੇ ਆ ਕਿ ਬੰਦੇ ਨੇ ਕੀ ਕਰਨਾ ਹੈ, ਠੀਕ ਹੈ ਨਾ ਜੀ। ਫੋਰ ਐਗਜ਼ਾਮਪਲ ਜਿਵੇਂ ਹੁਣ ਹੈਗਾ ਕਿ ਸਾਡੇ ਕੋਈ ਵੀ ਮਤਲਬ ਜਿੰਦਾ ਪਰਸਨ ਗੁਰੂ ਨਹੀਂ ਬਣ ਸਕਦਾ, ਉਹ ਮਤਲਬ ਉਹ ਇੱਕ ਹੈਗੀ ਆ। ਮਤਲਬ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ, ਕੋਈ ਮਤਲਬ ਸਾਹਿਬਜ਼ਾਦੇ ਨਹੀਂ ਬਣ ਸਕਦੇ, ਕੋਈ ਹੋਰ ਮਤਲਬ ਇੱਦਾਂ ਦੀਆਂ ਇੱਕ ਡੂਜ਼ ਐਂਡ ਡੋਂਟਸ ਹੋਣੀਆਂ ਚਾਹੀਦੀਆਂ ਨੇ ਕਿ ਉਹ ਸਾਡੇ ਮਤਲਬ ਉਹ ਹਰ ਮੀਡੀਆ ਅਦਾਰੇ 'ਚ ਹੋਣ, ਹਰ ਪ੍ਰੋਡਿਊਸਰ ਕੋਲੇ ਹੋਣ, ਹਰ ਜਿਹੜਾ ਡਾਇਰੈਕਟਰ ਹੈਗਾ ਨਾਟਕ ਦਾ ਸੀਰੀਅਲ ਦਾ ਉਹਦੇ ਕੋਲ ਹੋਣ। ਔਰ ਇਸੇ ਤਰ੍ਹਾਂ ਉਹੀ ਜਿਹੜੀਆਂ ਹੈਗੀਆਂ ਨੇ ਸੋਸ਼ਲ ਮੀਡੀਆ ਦੇ ਜਿਹੜੇ ਮਾਲਕ ਨੇ, ਪਲੇਟਫਾਰਮ ਨੇ, YouTube, Instagram ਜਾਂ ਹੋਰ Facebook, ਉਹਨਾਂ ਕੋਲ ਵੀ ਹੋਣ ਕਿ ਤੁਸੀਂ ਆਪਣੇ ਉਸ ਦੇ ਵਿੱਚ ਪਾ ਕੇ ਰੱਖੋ ਕਿ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤੁਸੀਂ ਉਸ ਨੂੰ ਬਲੌਕ ਕਰੋ, ਉਸ ਨੂੰ ਪਰਮਾਨੈਂਟ ਉਹਦਾ ਅਕਾਊਂਟ ਡਿਲੀਟ ਕਰ ਦਿਓ, ਜਾਂ ਇਨ ਫਿਊਚਰ ਕੋ ਉਹਨੂੰ ਜਿਸ ਤਰ੍ਹਾਂ ਵੀ ਉਹ ਅਗਰ ਉਹ ਦੁਬਾਰਾ ਕ੍ਰੀਏਟ ਕਰਨਾ ਚਾਹੁੰਦਾ ਹੋਵੇ, ਹਾਂ ਉਹਨੂੰ ਵਾਰਨਿੰਗ ਹੋਵੇ, ਇਸ ਤਰ੍ਹਾਂ ਦੇ ਉਹਦੇ 'ਤੇ ਕੇਸ ਹੋਵੇ। ਮਤਲਬ ਇਸ ਤਰ੍ਹਾਂ ਦਾ ਮੈਂ ਇੱਕ ਕਾਫੀ ਚਿਰ ਦਾ ਮੇਰੇ ਚੱਲ ਰਹੀ ਆ ਦਿਮਾਗ 'ਚ, ਅੱਜ ਨਵਾਂ ਮੌਕਾ ਫੇਰ ਆ ਗਿਆ, ਮੈਂ ਉਸ ਨੂੰ ਜਲਦੀ ਕਰਕੇ ਨਾ ਜੀ ਮਤਲਬ ਉਹ ਮੈਂ ਜ਼ਰੂਰ ਦੇਵਾਂਗਾ, ਇੱਕ ਦੋ ਸੰਸਥਾਵਾਂ ਨੂੰ ਵੀ ਦੇਵਾਂਗਾ ਕਿ ਉਹ ਨਾਲ ਸਪੋਰਟ 'ਚ ਆ ਕੇ ਆਪਾਂ ਕਲੈਕਟਿਵਲੀ ਇਹ ਦਈਏ ਕਿ ਇਹੋ ਜਿਹਾ ਸਿਸਟਮ ਤਿਆਰ ਹੋਵੇ ਅਤੇ ਇਹੋ ਜਿਹੀਆਂ ਚੀਜ਼ਾਂ ਰੁਕ ਜਾਣ। ਬਹੁਤ ਬਹੁਤ ਧੰਨਵਾਦ ਤੁਹਾਡਾ। ਐਸੇ ਕਿ ਸਾਡੇ ਨਾਲ ਹਰਜੀਤ ਸਿੰਘ ਗਰੇਵਾਲ, ਜਿਨ੍ਹਾਂ ਨੇ ਬਹੁਤ ਹੀ ਬੇਬਾਕੀ ਨਾਲ ਅਤੇ ਬਹੁਤ ਹੀ ਤਫਸੀਲ ਦੇ ਨਾਲ ਸਾਨੂੰ ਸਾਰੀ ਦੀ ਸਾਰੀ ਜਿਹੜੀ ਹੈ ਉਹ ਗੱਲ ਬਾਰੇ ਦੱਸਿਆ, ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸ ਮਹਿਲਾ ਨੇ ਫੇਸਬੁੱਕ 'ਤੇ ਆ ਕੇ ਬਹੁਤ ਹੀ ਭੱਦੀ ਸ਼ਬਦਾਵਲੀ ਜਿਹੜੀ ਹੈ ਉਹਦਾ ਯੂਜ਼ ਕੀਤਾ ਹੈ ਅਤੇ ਇੱਕ ਪਰਟੀਕੂਲਰ ਕਮਿਊਨਿਟੀ ਦੇ ਬਾਰੇ ਵਿੱਚ ਬਹੁਤ ਹੀ ਗਲਤ ਗੱਲਾਂ ਕਹੀਆਂ ਔਰ ਧਾਰਮਿਕ ਸਥਾਨ ਬਾਰੇ ਵੀ ਕਹੀਆਂ। ਵਾਕਈ ਕਿਸੇ ਵੀ ਇਨਸਾਨ ਨੂੰ ਇਸ ਦੁਨੀਆ 'ਤੇ ਹੱਕ ਨਹੀਂ ਹੈ ਕਿ ਉਹ ਕਿਸੇ ਦੂਸਰੇ ਧਰਮ ਜਾਂ ਕਿਸੇ ਦੂਸਰੀ ਕਮਿਊਨਿਟੀ ਦੇ ਬਾਰੇ ਕੋਈ ਵੀ ਆਪਣੀ ਇਸ ਤਰੀਕੇ ਦੀ ਗਲਤ ਸ਼ਬਦਾਵਲੀ ਦੇ ਨਾਲ ਰਾਏ ਕਾਇਮ ਕਰੇ। ਦੂਜੇ ਪਾਸੇ ਫਰੀडम ਆਫ ਸਪੀਚ ਜਿਹੜਾ ਲਫ਼ਜ਼ ਹੈਗਾ, ਉਹ ਫਰੀडम ਆਫ ਸਪੀਚ ਦਾ ਮਤਲਬ ਆਜ਼ਾਦ ਖਿਆਲਾਤ ਹੋਣਾ ਇੱਕ ਅਲੱਗ ਚੀਜ਼ ਹੈ, ਪਰ ਉਹ ਖਿਆਲਾਤ ਇੰਨੇ ਆਜ਼ਾਦ ਨਹੀਂ ਹੋਣੇ ਚਾਹੀਦੇ ਕਿ ਉਹ ਦੂਸਰੇ ਨੂੰ ਹਰਟ ਕਰਨ ਜਾਂ ਦੂਸਰੇ ਨੂੰ ਕੋਈ ਤਕਲੀਫ ਦੇਣ। ਅੱਜ ਇਹ ਪ੍ਰੋਗਰਾਮ ਮੈਂ ਇੱਥੇ ਹੀ ਖਤਮ ਕਰਦੀ ਹਾਂ। ਮਿਲਾਂਗੇ ਇੱਕ ਫਿਰ ਕਿਸੇ ਦਿਨ ਕਿਸੇ ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।